स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट सरदार हमीर सिंह। सरदार साहब जी आए। जी शुक्रिया जी। सरदार साहब, पंजाब ਦੇ ਵਿੱਚ ਲੀਡਰਸ਼ਿਪ ਨਜ਼ਰ ਆਉਣ ਲੱਗੀ। ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਡਿਨਰ ਔਰ ਲੰਚ ਹੁੰਦੇ ਸੀ, ਉਹ ਆਪਣੇ ਐਮਐਲਏਜ਼ ਨਾਲ ਮੀਟਿੰਗਸ ਕਰਦੇ ਸੀ, ਐਵੇਂ ਸੁਖਬੀਰ ਬਾਦਲ ਵੀ ਕਰਦੇ ਹੁੰਦੇ ਸੀ। ਅੱਜ ਭਗਵੰਤ ਮਾਨ ਦੇ ਵਿੱਚ ਵੀ ਉਹ ਦਮ ਦਿਸਿਆ। ਅੱਜ ਪਹਿਲੀ ਵਾਰੀ ਆਮ ਆਦਮੀ ਪਾਰਟੀ ਸਥਾਨਕ ਲੀਡਰਸ਼ਿਪ ਦੇ ਨਜ਼ਰੀਓਂ ਨਜ਼ਰ ਆਈ। ਇਹ ਨਜ਼ਰ ਹੀ ਆਈ ਹੈ ਕਿ ਜੇ ਸੱਚਮੁੱਚ ਅੰਦਰ ਵੀ ਆਈ ਆ, ਤੁਸੀਂ ਸਮਝਿਆ ਕਿਵੇਂ? ਮੈਨੂੰ ਤਾਂ ਚੰਗਾ ਚੰਗਾ ਲੱਗ ਰਿਹਾ ਸੀ। ਵੈਸੇ ਤਾਂ ਕੱਲ ਤੋਂ ਹੀ ਕਈਆਂ ਨੂੰ ਚੰਗਾ ਚੰਗਾ ਲੱਗਿਆ, ਕਿਉਂਕਿ ਈਦ ਤੇ ਜਦੋਂ ਗਏ ਨੇ ਮਲੇਰਕੋਟਲੇ ਭਗਵੰਤ ਮਾਨ, ਉੱਥੇ ਕਾਫੀ ਖੁੱਲ ਕੇ ਭਗਵੰਤ ਮਾਨ ਨੇ ਗੱਲ ਕੀਤੀ। ਇੱਕ ਗੱਲ ਤਾਂ ਪੋਜ਼ਿਟਿਵ ਇਹ ਕੀਤੀ ਹੈ ਕਿਉਂਕਿ ਜਿਹੜਾ ਦੇਸ਼ ਦੇ ਮਾਹੌਲ ਤੇ ਇੱਕ ਕਮੈਂਟ ਸੀ, ਪਟਿਆਲਾ ਤੇ ਵੀ ਇਨਡਾਇਰੈਕਟ ਉਹ ਕਮੈਂਟ ਸੀਗਾ, ਜਿਵੇਂ ਪਟਿਆਲਾ ਦੀ ਘਟਨਾ ਤੇ ਵੀ, ਕਿ ਇੱਥੇ ਪੰਜਾਬ ਦੇ ਵਿੱਚ ਕੋਈ ਡਿਸਟਰਬੈਂਸ ਪੈਦਾ ਕਰਨ ਦੀ ਕੋਸ਼ਿਸ਼ ਵੀ ਕਰੇਗਾ ਤਾਂ ਨਹੀਂ ਹੋਏਗੀ। ਪੰਜਾਬੀਆਂ ਦਾ ਸੁਭਾਅ ਹੈ, ਪੰਜਾਬੀਆਂ ਦਾ ਭਾਈਚਾਰਾ ਜਾਂ ਜੋ ਵੀ, ਗਵਰਨਮੈਂਟ ਵੱਲੋਂ ਵੀ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਕਰ ਦਿੰਦੇ। ਦੂਜਾ, ਸਤਾਉ ਜਾ ਕੇ ਫਿਰ ਖੇਤੀ ਤੇ ਜੋ ਐਲਾਨ ਕੀਤੇ, ਖੇਤੀ ਬਾਰੇ ਇੱਧਰ ਉੱਧਰ ਆਪਣੇ ਪਿੰਡ 'ਚ ਥੋੜਾ ਜਿਹਾ, ਮਤਲਬ ਪਹਿਲੀ ਵਾਰ ਫੋਰਮ 'ਚ ਲੱਗਿਆ ਚੀਫ ਮਿਨਿਸਟਰ, ਜਿਵੇਂ ਨਾ ਚੀਫ ਮਿਨਿਸਟਰ ਬਣਨ ਤੋਂ ਬਾਅਦ ਬੜਾ ਜਿਹੜੀ ਬੋਲੀ 'ਚ ਬਨਾਵਟੀ ਜਿਹਾ ਲੱਗਦਾ ਹੁੰਦਾ ਹੈ, ਇਦੋਂ ਪਹਿਲਾਂ ਆਇਆ, ਪਰ ਉੱਥੇ ਖੁੱਲ ਕੇ ਗੱਲ ਜਿਵੇਂ ਕੀਤੀ, ਫਸਲਾਂ ਦੇ ਵਿੱਚ ਆਹ ਚਾਰ ਤੇ ਅਸੀਂ MSP ਦੇਾਂਗੇ, ਬਿਜਲੀ ਦਾ ਪ੍ਰਬੰਧ ਕਰ ਲਿਆ, ਬਾਕੀ ਸਾਰਾ ਕੁਝ ਜੋ ਵੀ। ਤੇ ਫਿਰ ਅੱਜ ਦੀ ਮੀਟਿੰਗ ਕੰਟੀਨਿਊਟੀ ਦੇ ਵਿੱਚ ਉਹਦੇ 'ਚ ਹੋ ਗਈ। ਇਹਦੇ 'ਚ ਲੋਕਾਂ ਨੂੰ ਲੱਗਿਆ ਕਿ ਸਾਰੇ MLA ਜਿਹਨੂੰ ਬੁਲਾਇਆ ਸੀ, ਸੁਣਿਆ 60-70 MLA ਇੱਥੇ ਇਨਵੋਲਵ ਸੀ। ਇੰਨੇ ਬੰਦਿਆਂ ਚੋਂ 92 ਚੋਂ ਥੋੜੇ ਬਹੁਤ ਨੂੰ ਕੰਮ ਧੰਦਾ ਹੋ ਸਕਦਾ, ਉਹ ਅਲੱਗ ਗੱਲ ਹੈ ਕਿ ਉਸ ਪੱਧਰ ਦੇ ਉੱਤੇ ਹੈ। ਤੇ ਇਹ ਮੀਟਿੰਗ ਵੀ ਜਿਹੜੀ ਹੋਈ ਹੈ ਇਹ ਚੰਡੀਗੜ੍ਹ ਦੇ ਵਿੱਚ ਹੋਈ ਹੈ। ਚੰਡੀਗੜ੍ਹ ਦੇ ਵੀ ਸੈਕਟਰ 35 ਦੇ ਜਿਹੜਾ ਨਗਰ ਨਿਗਮ ਦਾ ਇੱਕ ਬਿਲਡਿੰਗ ਹੈ ਚੰਡੀਗੜ੍ਹ ਦੀ, ਉਹਦੇ ਵਿੱਚ ਹੋਈ ਹੈ। ਮਤਲਬ ਪੰਜਾਬ ਦੀ ਸੈਕਟਰੀਏਟ ਜਾਂ ਕਿਤੇ ਹੋਰ ਨਹੀਂ ਹੋਈ। ਉਹਦੇ ਵਿੱਚ ਫਿਰ ਜਿੰਨੇ ਵੀ MLA ਗਏ ਜਾਂ ਬੈਠ ਕੇ ਗੱਲ ਹੋਈ, ਸੁਣਿਆ ਇਹ ਹੈ ਕਿ ਬਜਟ ਤੇ ਵੀ ਸਭ ਤੋਂ ਰਾਏ ਲਈ ਗਈ, ਉਹਨਾਂ ਦੇ ਇਲਾਕਿਆਂ ਨੂੰ ਕਿਹੜੀਆਂ ਕਿਹੜੀਆਂ ਲੋੜਾਂ ਨੇ ਜਾਂ ਬਾਕੀ ਦੀਆਂ ਚੀਜ਼ਾਂ ਨੇ, ਤੇ ਉਸ ਲੈਵਲ ਦਾ ਬਾਕੀ ਦਾ ਜਿਹੋ ਜਿਹਾ ਮਾਹੌਲ ਹੁੰਦਾ, ਬੋਲੇ ਤਾਂ ਉਹੀ 7-8-10 ਬੰਦੇ ਹੀ। 2 ਘੰਟੇ ਦੀ ਮੀਟਿੰਗ ਸੀ, 11 ਤੋਂ 1 ਵਜੇ ਤੱਕ। 70 ਬੰਦਿਆਂ ਦੀ ਰਾਏ 2 ਘੰਟੇ 'ਚ ਕਈ ਵਾਰ ਨਹੀਂ ਵੀ ਆਉਂਦੀ। ਮਤਲਬ ਇੰਨਾ ਬੰਦਾ 120 ਮਿੰਟ ਦੇ ਵਿੱਚ ਜੇ 2-2 ਮਿੰਟ ਵੀ ਤੁਸੀਂ ਦਿਓਗੇ ਤਾਂ ਮਤਲਬ ਪੂਰਾ ਨਹੀਂ ਹੁੰਦਾ। ਹਾਂ, ਇੱਕ ਗੱਲ ਜ਼ਰੂਰ ਹੋ ਗਈ ਕਿ ਚੀਫ ਮਿਨਿਸਟਰ ਨੇ ਆਪਣੇ ਢੰਗ ਨਾਲ ਮੀਟਿੰਗ ਪ੍ਰੋਜਾਈਡ ਕੀਤੀ, ਗੱਲ ਕੀਤੀ, ਪਰ ਜਦੋਂ ਅੰਦਰ ਜਾਣ ਲੱਗਦੇ ਨੇ ਪੱਤਰਕਾਰ ਵੀ, ਫੋਟੋਗ੍ਰਾਫਰ ਫੋਟੋ ਖਿੱਚਣ ਲੱਗਦੇ ਨੇ, ਤੇ ਕੋਸ਼ਿਸ਼ ਹੁੰਦੀ ਹੈ ਵੀ ਚਲੋ ਹੋਰ ਜਾਣੀਏ ਕੀ ਹੋਇਆ। ਜਿਹੜਾ ਇੱਕ ਇਹ ਮਤਲਬ ਤਰੀਕਾ ਬਣ ਗਿਆ ਹੁਣ ਕਿ ਪ੍ਰੈਸ ਫੋਟੋਗ੍ਰਾਫਰ ਜਿਹਨੂੰ ਜਾਂ ਟੀਵੀ ਦੇ ਜਿਹੜੇ ਈਵਨ ਵਿਜ਼ੂਅਲ ਲੈਣ ਲਈ ਵੀ ਨਾਰਮਲੀ ਗਵਰਨਮੈਂਟਾਂ ਹੁਣ ਤੱਕ ਇਹ ਕਰਦੀਆਂ ਰਹੀਆਂ ਨੇ ਕਿ ਤੁਸੀਂ ਲੈ ਲਓ, ਅਸੀਂ ਮੀਟਿੰਗ ਬਾਅਦ 'ਚ ਸ਼ੁਰੂ ਕਰ ਲਾਂਗੇ ਤਾਂ ਕਿ ਗੱਲ ਇਸ ਲੈਵਲ। ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹਦੇ ਅੰਦਰ ਸ਼ਾਇਦ ਅੰਦਰਲੀ ਗੱਲ ਇਹ ਹੈ ਕਿ ਅੰਦਰ ਮੀਟਿੰਗ ਕੌਣ ਪ੍ਰੋਜਾਈਡ ਕਰ ਰਿਹਾ ਹੈ, ਕੌਣ ਮੇਨਲੀ ਗੱਲ ਕਰ ਰਿਹਾ ਹੈ, ਉਹ ਫੋਟੋ 'ਚ ਨਾ ਆਏ ਕਿਸੇ ਵੀ ਰੂਪ ਦੇ ਵਿੱਚ, ਲੋਕਾਂ ਦੇ ਸਾਹਮਣੇ ਪਬਲਿਕਲੀ ਨਾ ਆਏ। ਕਿਉਂਕਿ ਪਹਿਲਾਂ ਇਹ ਗੱਲਾਂ ਕਾਫੀ ਹੱਦ ਤੱਕ, ਜਿਵੇਂ ਚੰਨੀ ਬਣੇ ਸੀ ਨਾ ਜਦੋਂ ਚੀਫ ਮਿਨਿਸਟਰ, ਉਦੋਂ ਉਹਨਾਂ ਦਾ ਬੇਟਾ ਪਿੱਛੇ ਬੈਠਾ ਦਿਖਾਈ ਦਿੰਦਾ ਸੀ, ਲੋਕ ਕਹਿੰਦੇ ਸੀ ਦੇਖੋ ਜੀ ਇਹ ਤਾਂ ਹੁਣ ਪਰਿਵਾਰ ਆ ਗਿਆ। ਮੀਟਿੰਗ 'ਚ ਪ੍ਰੋਟੋਕੋਲ ਦਾ ਵੀ ਸਵਾਲ ਹੈ, ਮਰਿਆਦਾ ਦਾ ਸਵਾਲ ਹੈ, ਸਾਰੀਆਂ ਚੀਜ਼ਾਂ ਸੀ। ਉਵੇਂ ਹੀ ਜਦੋਂ ਕੈਬਨਿਟ ਹੁੰਦੀ ਹੈ, ਜੇ ਕੈਬਨਿਟ ਦੇ ਵਿੱਚ ਕੋਈ ਬਾਹਰੀ ਬੰਦਾ, ਹੁਣ ਸਾਡੇ ਵਾਲੀ 'ਚ ਇਹਦੇ 'ਚ ਭਗਵੰਤ ਮਾਨ ਦੀ 'ਚ ਬੈਠਦਾ, ਚਾਹੇ ਉਹ ਰਘਵ ਚੱਡਾ ਕਿਉਂ ਨਾ ਹੋਵੇ, ਜਿਹੜਾ ਮਰਜ਼ੀ ਹੋਵੇ, ਤਾਂ ਇਹਨੂੰ ਵਾਇਲੇਸ਼ਨ ਉਸ ਲੈਵਲ ਤੇ। ਹਾਲਾਂਕਿ ਇਹ ਤਾਂ ਪੋਲੀਟੀਕਲ ਮੀਟਿੰਗ ਹੈ, ਇਹ 'ਚ ਕੋਈ ਉਹੋ ਜਿਹੀ ਟੈਕਨੀਕਲ ਵਾਇਲੇਸ਼ਨ ਤਾਂ ਨਹੀਂ ਇਹ ਕਹੀ ਜਾ ਸਕਦੀ। ਤੁਸੀਂ ਆਪਦੇ MLA ਜਿਹਨੂੰ ਬੁਲਾ ਰਹੇ ਹੋ ਤੇ ਮੰਤਰੀ ਜਿਹਨੂੰ, ਇਹ ਕੋਈ ਮਤਲਬ ਕੈਬਨਿਟ ਮੀਟਿੰਗ ਨਹੀਂ ਹੈ। ਪਰ ਅੱਜ ਵੀ ਰਘਵ ਚੱਡੇ ਦਾ ਉੱਥੇ ਬੈਠਣਾ, ਉਸੇ ਤਰੀਕੇ ਨਾਲ ਪਲਾਨਿੰਗ ਕਰਨਾ, ਤੇ ਦਿੱਲੀ ਦੀ PR ਟੀਮ ਦਾ ਬੈਠੇ ਹੋਣਾ। ਇੱਕ PR ਟੀਮ ਤੁਹਾਡੀ ਵੀ ਹੈ ਇੱਥੇ ਸਟੇਟ ਦੀ, ਪਬਲਿਕ ਰਿਲੇਸ਼ਨ ਡਿਪਾਰਟਮੈਂਟ ਤੁਹਾਡੇ ਕੋਲ ਹੈ, ਬਾਕੀ ਚੀਜ਼ਾਂ ਵੀ ਨੇ, ਉਹਦੀ ਬਜਾਏ ਉਹ ਬੈਠੇ ਹੋਣਾ। ਉਹ ਲੱਗ ਰਿਹਾ ਕਿ ਕੁਝ ਹੱਦ ਤੱਕ ਭਗਵੰਤ ਮਾਨ ਅਸਰਟ ਕਰਨ ਦੀ ਕੋਸ਼ਿਸ਼ 'ਚ ਜ਼ਰੂਰ ਹੈ, ਪਰ ਅਜੇ ਤੱਕ ਮਤਲਬ ਉਹ ਪੂਰਾ ਸ਼ਾਇਦ ਕਦੋਂ ਹੋਏਗਾ ਜਾਂ ਪੂਰੀ ਕੋਸ਼ਿਸ਼ ਕਦੋਂ ਹੋਏਗੀ। ਇੱਕ ਹੱਦ ਤੱਕ ਦਿੱਲੀ ਵਾਲਿਆਂ ਨੇ ਸਮਝਿਆ ਜ਼ਰੂਰ ਹੈ ਕਿ ਜਿਹੜੀਆਂ ਪਿਛਲੀਆਂ ਘਟਨਾਵਾਂ ਵਾਪਰੀਆਂ ਸੀ, ਚਾਹੇ ਉਹ ਰਾਜ ਸਭਾ ਦੇ ਮੈਂਬਰ ਚੁਣਨ ਦਾ ਸਵਾਲ ਹੋਵੇ ਕਿ ਮੈਂਬਰ ਕੌਣ ਹੋਣਗੇ, ਕੀ ਉਹ ਪੰਜਾਬ ਨੂੰ ਜਚਣਗੇ ਨਹੀਂ ਜਚਣਗੇ। ਅਜੇ ਹੁਣੇ ਓਥ ਲਈ ਹੈ ਕਿ 2 ਦਿਨ ਪਹਿਲਾਂ ਚੁਣੇ, ਚਾਹੇ ਪਹਿਲਾਂ ਕਾਫੀ ਦੇਰ ਪਹਿਲਾਂ ਗਏ ਸੀਗੇ ਉਹ। ਔਰ ਇਸੇ ਤਰੀਕੇ ਨਾਲ ਦਿੱਲੀ ਅਫਸਰਾਂ ਨੂੰ ਸੱਦ ਕੇ ਡਿਕਟੇਟ ਕਰਨਾ ਜਾਂ ਮੀਟਿੰਗ ਕਰਨਾ ਚੀਫ ਮਿਨਿਸਟਰ ਦੀ ਗੈਰ ਹਾਜ਼ਰੀ 'ਚ, ਇਹਨੂੰ ਵੀ ਲੋਕਾਂ ਨੇ ਕਾਫੀ ਹੱਦ ਤੱਕ ਪਸੰਦ ਨਹੀਂ ਕੀਤਾ ਵੀ ਇਹ ਨਹੀਂ ਹੈ ਠੀਕ। ਔਰ ਉਹ ਸਾਰਿਆਂ ਤੋਂ ਹੀ ਸਿੱਖ ਕੇ ਸ਼ਾਇਦ ਇਹ ਹੋਇਆ ਕਿ ਇੱਥੇ ਮੀਟਿੰਗ ਕਰ ਲਿਆ ਕਰੋ, ਵਿਜੀਬਿਲਟੀ ਨਾ ਦੇਖੇ ਸੈਂਟਰਲ ਲੀਡਰਸ਼ਿਪ। ਤੀਜੀ ਵੱਡੀ ਗੱਲ ਸੀਗੀ ਕਿ ਸ਼ਾਇਦ ਜਿਹੜਾ ਇਹਨਾਂ ਨੇ ਨੌਲੇਜ ਸ਼ੇਅਰਿੰਗ ਵਾਲਾ ਇੱਕ ਐਗਰੀਮੈਂਟ ਕੀਤਾ ਸੀ, ਜਿੰਨਾ ਉੱਤੇ ਰੌਲਾ ਪੈ ਗਿਆ,
ਪੰਜਾਬੀਆਂ ਨੇ ਜਿਵੇਂ ਰਿਵੋਲਟ ਕੀਤਾ ਵੱਖ-ਵੱਖ ਮੌਕਿਆਂ ਤੇ, ਤੁਹਾਨੂੰ ਲੱਗਦਾ ਹੈ ਕਿ ਦਿੱਲੀ ਦੀ ਲੀਡਰਸ਼ਿਪ ਇਹ ਸਮਝਣ ਲੱਗ ਗਈ ਕਿ ਸਾਨੂੰ ਇੱਕ ਤਰੀਕਾ ਅਪਣਾਉਣਾ ਪਊਗਾ? ਜਿਵੇਂ ਤੁਸੀਂ ਅੱਜ ਦੱਸਿਆ ਕਿ ਕੈਮਰੇ ਅੰਦਰ ਜਾਣ ਨਹੀਂ ਦਿੱਤੇ ਗਏ, ਨਹੀਂ ਤੇ ਕੈਬਨਿਟ ਮੀਟਿੰਗ ਤੋਂ ਪਹਿਲਾਂ ਵੀ ਫੋਟੋਆਂ ਖਿੱਚਣ ਦੀ ਇਜਾਜ਼ਤ ਹੁੰਦੀ ਸੀ। ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਸਾਰੇ ਕਰਦੇ ਰਹੇ ਆ। ਸੋ ਅੱਜ ਦੇ ਦਿਨ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਿਹੜਾ ਪਿਛਲੇ ਦਿਨਾਂ 'ਚ ਬਹੁਤ ਵੱਡਾ ਰੌਲਾ ਪੈ ਗਿਆ, ਵਿਰੋਧੀ ਪਾਰਟੀਆਂ ਗਵਰਨਰ ਹਾਊਸ ਤੱਕ ਜਾ ਪਹੁੰਚੀਆਂ ਮੈਮੋਰੰਡਮ ਦੇਣ ਲਈ ਕਿ ਇਹ ਕੀ ਹੋ ਰਿਹਾ, ਉਹਨਾਂ ਨੇ ਹੁਣ ਤਰੀਕੇ ਅਪਣਾਉਣੇ ਸ਼ੁਰੂ ਕਰਤੇ ਆ, ਮਗਰ ਭਗਵੰਤ ਮਾਨ ਦਿਸਣੇ ਸ਼ੁਰੂ ਹੋ ਗਏ ਤੇ ਮੈਨੂੰ ਦਿਸੇ ਵੀ ਚਿਹਰੇ ਤੋਂ ਥੋੜੇ ਰਿਲੈਕਸ ਆ। ਤੁਸੀਂ ਕੀ ਸਮਝਦੇ ਹੋ? ਬਿਲਕੁਲ ਪਹਿਲਾਂ ਨਾਲੋਂ ਫਰਕ ਪਿਆ, ਜਿਵੇਂ ਥੋੜਾ ਜਿਹਾ ਕੌਨਫੀਡੈਂਸ ਇੱਕ ਆਉਂਦਾ ਹੁੰਦਾ ਨਾ ਕਿ ਮੈਂ ਫੈਸਲਾ ਕਰੂੰਗਾ। ਬਲਡੋਜ਼ਰ ਤੁਸੀਂ ਦੇਖਦੇ ਜਾਓ ਕਿਹਨਾਂ ਤੇ ਚੱਲਣਗੇ, ਬਾਕੀ ਦੀਆਂ ਚੀਜ਼ਾਂ ਹੋਣਗੀਆਂ, ਜੇ ਉਹ ਜੋ ਇੱਕ ਬਿਆਨ 'ਚ ਵੀ ਥੋੜੀ ਜਿਹੀ ਇੱਕ ਕੌਨਫੀਡੈਂਸ ਹੁੰਦਾ ਹੈ ਜਿਹੜਾ, ਉਹ ਪਹਿਲਾਂ ਨਾਲੋਂ ਤਾਂ ਫਰਕ ਨਜ਼ਰ ਆਇਆ। ਪਰ ਜਿਹੜਾ ਇੱਕ ਤਰੀਕਾਕਾਰ ਇਵੋਲਵ ਹੋ ਜਾਂਦਾ ਪੂਰੀ ਪਾਰਟੀ ਦੇ ਵਿੱਚ, ਪੂਰੀ ਪਾਰਟੀ ਦੇ 92 ਜਿਹੜੇ ਚੁਣੇ ਹੋਏ ਨੇ ਉਹਨਾਂ ਦੇ ਵਿੱਚ ਕੋਈ ਥੋੜਾ ਜਿਹਾ ਗੱਲ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਜਿਹੜਾ ਕਾਰਗੁਜ਼ਾਰੀ ਹੈ, ਕੱਲ ਇੱਕ ਨਵਾਂ ਅਫਸਰ ਲਾਇਆ ਇਹਨਾਂ ਨੇ ਜਿਹੜਾ ਨੋਡਲ ਅਫਸਰ ਦੇ ਤੌਰ ਤੇ, ਲਾ ਐਂਡ ਆਰਡਰ ਦੇ ਤੌਰ ਤੇ, ਸੁਖਚੈਨ ਗਿੱਲ। ਤੇ ਉਹਦੇ ਨਾਲ ਫਿਰ ਕੀ ਨਜ਼ਰ ਆਉਂਦਾ ਕਿ ਜਿਹੜੀ ਲਾ ਐਂਡ ਆਰਡਰ ਦੀ ਘਟਨਾ ਵੀ ਸੁਖਚੈਨ ਸਿੰਘ ਗਿੱਲ ਕਿਹਦੇ ਰਾਹੀਂ ਆਇਆ, ਕਿਵੇਂ ਆਇਆ ਤੇ ਕਿਵੇਂ ਉੱਥੇ ਨੋਡਲ ਅਫਸਰ ਦੇ ਵੀ ਉਹਨੂੰ ਡਿਕਟੇਟ, ਇਹਦਾ ਮਤਲਬ ਸਭ ਚੀਜ਼ਾਂ ਹੁਣ ਲਾ ਐਂਡ ਆਰਡਰ ਦੀ ਪ੍ਰੈਕਟੀਕਲੀ ਡੀਜੀਪੀ ਦੀ ਨੂੰ ਵੀ ਛੱਡ ਕੇ ਆਈਜੀ, ਐਸਐਸਪੀ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ, ਜਾਂ ਇੰਟੈਲੀਜੈਂਸ ਦੀ ਜਿਹੜੀ ਇਨਪੁਟ ਹੈ, ਇਹ ਸਾਰੀਆਂ ਚੀਜ਼ਾਂ ਦਾ ਇੱਕ ਸੁਪਰੀਮ ਅਫਸਰ ਲਾ ਲਿਆ ਤੁਸੀਂ ਨਾਲ, ਤੇ ਨੋਡਲ ਅਫਸਰ। ਇਹ ਸੈਂਟਰਲਾਈਜੇਸ਼ਨ ਆਫ ਪਾਵਰ ਦਾ ਵੀ ਇੱਕ ਤਰੀਕਾ ਹੈ। ਮੈਨੂੰ ਲੱਗਦਾ ਇਹ ਵੀ ਉਹ ਦਿੱਲੀ ਪੈਟਰਨ ਇਹ ਹੈ ਕਿ ਕੁਝ ਅਫਸਰਾਂ ਨਾਲ ਉਹ ਤਾਲਮੇਲ ਰੱਖਣਗੇ, ਉਹਨਾਂ ਦੇ ਥਰੂ ਹੀ ਸਾਰਾ ਕੁਝ ਉਹਨਾਂ ਨੂੰ ਮਿਲਦਾ ਰਹੇਗਾ, ਤਾਂ ਕਿ ਜੋ ਡੀਜੀਪੀ ਨੂੰ ਡਾਇਰੈਕਟ ਮਿਲਦੇ ਨੇ, ਬਾਕੀ ਨਾਲ ਗੱਲ ਕਰਦੇ ਨੇ, ਤਾਂ ਇਹ ਮੰਨਿਆ ਜਾਂਦਾ ਪ੍ਰਸ਼ਾਸਨਿਕ ਦਖਲ ਬਹੁਤ ਜ਼ਿਆਦਾ ਵੱਧ ਗਿਆ ਜੀ। ਤਾਂ ਇਹ ਵੀ ਇੱਕ ਤਰੀਕਾ ਹੈ ਨੋਡਲ ਅਫਸਰ ਲਾਉਣ ਦਾ। ਪਹਿਲਾਂ ਇੱਕ ਇਹ ਵੀ ਗੱਲ ਆਈ ਸੀ ਕਿ ਜ਼ਿਲ੍ਹਾ ਲੈਵਲ ਤੇ ਨੋਡਲ ਅਫਸਰ ਹੋਣਗੇ, ਚੀਫ ਮਿਨਿਸਟਰ ਦੇ ਦਫ਼ਤਰ ਹੋਣਗੇ। ਤਾਂ ਫਿਰ ਉਦੋਂ ਸਵਾਲ ਉੱਠਿਆ ਸੀ ਡਿਪਟੀ ਕਮਿਸ਼ਨਰ ਕੀ ਕਰਨਗੇ, ਐਸਐਸਪੀ ਕੀ ਕਰਨਗੇ, ਬਾਕੀ ਵੀ ਤਾਂ ਉਹੇ ਜਿਹੇ ਅਫਸਰ ਨੇ ਤੇ ਅਫਸਰ ਤਾਂ ਕੋਈ ਅਲੱਗ ਨਹੀਂ ਹੈ। ਤਾਂ ਪ੍ਰਸ਼ਾਸਨ ਕੰਮ ਕਿਵੇਂ ਕਰੇਗਾ? ਇਹ ਜਿਹੜੇ ਕੁਐਸਚਨ ਨੇ, ਇਹ ਅਜੇ ਮੈਨੂੰ ਲੱਗਦਾ ਇਵੋਲਵ ਹੋ ਰਹੀਆਂ ਚੀਜ਼ਾਂ ਨੇ। ਉਹਨਾਂ ਨੂੰ ਲੱਗ ਰਿਹਾ ਕਿ ਰੌਲਾ ਨਾ ਪਵੇ, ਰੌਲਾ ਪਏਗਾ ਹੀ, ਤੁਸੀਂ ਕੰਨ ਇੱਧਰ ਦੀ ਫੜੋਗੇ ਜਾਂ ਇੱਧਰ ਦੀ ਫੜੋਗੇ। ਅੱਜ ਦੇ ਦੌਰ 'ਚ ਪਤਾ ਨਾ ਲੱਗੇ ਤਾਂ ਹੋ ਨਹੀਂ ਸਕਦਾ, ਲੋਕਾਂ ਨੂੰ ਸੂਚਨਾ ਤਾਂ ਮਿਲੇ ਜਾਏਗੀ ਕਿ ਕੌਣ ਬੈਠਾ ਤੇ ਕੌਣ ਕੀ ਕਰ ਰਿਹਾ। ਤੁਸੀਂ ਸਰਦਾਰ ਸਾਹਿਬ ਇੱਕ ਗੱਲ ਤੇ ਤੁਸੀਂ ਪਰਦਾ ਚੱਕਿਆ ਸੀ ਪਿਛਲੀ ਵਾਰੀ ਵੀ ਕਿ ਜਦੋਂ ਐਗਰੀਮੈਂਟ ਅਜੇ ਆਪਸ ਵਿੱਚ ਐਕਸਚੇਂਜ ਕੀਤਾ ਜਾਣਾ ਸੀ, ਸਾਈਨ ਹੋਣੇ ਸੀ, ਉਸ ਤੋਂ ਪਹਿਲਾਂ ਉਹ ਇਨਫੋਰਮੇਸ਼ਨ ਜਰਨਲਿਸਟ ਤੱਕ ਪਹੁੰਚ ਗਈ। ਉਹ ਸਾਰੀ ਦੀ ਸਾਰੀ ਕਿੱਥੋਂ ਆਉਂਦੀ ਹੈ? ਜਾਂ ਜਿਹੜੇ ਲੋਕ ਇਹਨੂੰ ਬਣਾ ਰਹੇ ਹੁੰਦੇ ਆ, ਜਾਂ ਜਿਹੜੇ ਲੋਕ ਜ਼ਿੰਮੇਵਾਰ ਹੁੰਦੇ ਆ? ਆਫਟਰ ਆਲ ਕਿਤੇ ਨਾ ਕਿਤੇ ਤਾਂ ਇਨਫੋਰਮੇਸ਼ਨ ਬਾਹਰ ਆਉਂਦੀ ਹੈ, ਔਰ ਇਨਫੋਰਮੇਸ਼ਨ ਉਦੋਂ ਹੀ ਬਾਹਰ ਆਉਂਦੀ ਹੈ ਜਦੋਂ ਅੰਦਰਲੇ ਸਾਰੇ ਸਹਿਮਤ ਨਹੀਂ ਹੋਣ ਕਿ ਸਭ ਠੀਕ ਨਹੀਂ ਹੋ ਰਿਹਾ। ਤੁਸੀਂ ਬਿਲਕੁਲ ਠੀਕ ਸਮਝਦੇ ਹੋ ਕਿ ਵਿਰੋਧ ਤਾਂ ਹੋਣਗੇ, ਔਰ ਜੇ ਵਿਰੋਧ ਨਾਲ ਕੰਮ ਕਰਨ ਵਾਲਿਆਂ ਵੱਲੋਂ ਵੀ ਹੋਣ ਤਾਂ ਫਿਰ ਉਹ ਵੱਡੇ ਵੀ ਹੋ ਸਕਦੇ। ਲਾਜ਼ਮੀ ਹੁਣ ਜਿਹੜੇ ਸੀਨੀਅਰ ਅਫਸਰ ਨੇ ਜਦੋਂ ਬਾਈਪਾਸ ਹੁੰਦੇ ਦੇਖਣਗੇ, ਜਦੋਂ ਕੋਈ ਇੱਕ ਅਫਸਰ ਤੁਸੀਂ ਲਾ ਲੈਂਦੇ ਹੋ ਜਿਹੜਾ ਐਸਐਸਪੀ ਗ੍ਰੇਡ 'ਚ ਹੈ, ਉਹ ਨੋਡਲ ਅਫਸਰ ਹੋ ਜਾਊਗਾ। ਉਹ ਤੋਂ ਉੱਪਰ ਜਿੰਨੇ ਸੀਨੀਅਰ ਅਫਸਰ ਨੇ, ਅਗਲਾ ਕਹਿੰਦਾ ਫਿਰ ਸਾਡੀ ਕੀ ਵੈਲਿਊ ਤੇ ਕੀ ਹੈ। ਇਹ ਅਕਾਲੀ ਗਵਰਨਮੈਂਟ ਵੇਲੇ ਕਈ ਇਹੋ ਜਿਹੀਆਂ ਗੱਲਾਂ ਕਾਫੀ ਪ੍ਰਚਲਿਤ ਹੋਈਆਂ ਸੀ। ਜਿਵੇਂ ਇੱਕ ਆਈਜੀ ਨੇ, ਦੇਖੋ ਤੁਸੀਂ, ਇਹ ਕਹਿੰਦਾ ਇੱਕ ਉਧਰ ਬਹੁਤ ਮਸ਼ਹੂਰ ਐਸਐਚਓ ਹੁੰਦਾ ਸੀ, ਕਾਫੀ ਦੇਰ ਰਿਹਾ, ਜਿਹੜਾ ਮੇਨ ਘਰਾਣੇ ਦੇ ਨੇੜੇ ਸੀ ਅਕਾਲੀ ਦਲ ਦੇ, ਜਿਹੜੇ ਬਾਦਲ ਪਰਿਵਾਰ ਦੇ ਕੁਝ ਬੰਦਿਆਂ ਦੇ ਕਾਫੀ ਨੇੜੇ ਸੀ। ਉਹ ਆਈਜੀ ਨੇ ਆਪ ਗੱਲ ਸੁਣਾਈ, ਮਤਲਬ ਉਦੋਂ ਆ ਕੇ ਉਹਦੇ ਆਈਜੀ ਦੀ ਮਤਲਬ ਹੋ ਗਈ ਟ੍ਰਾਂਸਫਰ। ਐਸਐਚਓ ਕਹਿੰਦਾ ਸਰ ਤੁਸੀਂ ਜੁਆਇਨ ਨਾ, ਰਿਲੀਵ ਨਾ ਹੋਇਓ, ਮੈਂ ਤੁਹਾਡੀ ਬਦਲੀ ਰੁਕਵਾ ਕੇ ਲਿਆਉਂਦਾ। ਉਹ ਹੱਸੇ, ਮਤਲਬ ਵੀ ਦੇਖੋ ਇਹਦਾ ਮਤਲਬ ਐਸਐਚਓ ਦਾ ਲੈਵਲ ਕੀ ਹੋ ਗਿਆ ਤੇ ਆਈਜੀ ਦਾ ਲੈਵਲ ਕੀ ਹੋ ਗਿਆ। ਫਿਰ ਚੱਲਣੀ ਕਿਹਦੀ ਹੈ ਪ੍ਰੈਕਟੀਕਲੀ ਪਾਵਰ ਦੇ ਵਿੱਚ ਜਿਹੜਾ ਗੇਮ ਹੈ। ਉਵੇਂ ਕਿਵੇਂ ਐ ਨਾ ਹੋ ਜੇ। ਹੁਣ ਅੱਜ ਵੀ ਇਸ ਮੀਟਿੰਗ ਦੇ ਵਿੱਚੋਂ ਵੀ ਜਿਹੜਾ ਮੈਨੂੰ ਪਤਾ ਲੱਗਿਆ, ਇੱਕਾ ਦੁੱਕਾ ਵਿਧਾਇਕਾਂ ਨੇ, ਹਾਲਾਂਕਿ ਬੋਲਣ ਦੀ ਹਿੰਮਤ ਅਜੇ ਘੱਟ ਹੈ, ਅਜੇ ਉਨੀ ਟ੍ਰੇਨਿੰਗ ਨਹੀਂ ਹੋਈ ਆਪੋ ਆਪਣੀ, ਪਰ ਇੱਕਾ ਦੁੱਕਾ ਵਿਧਾਇਕਾਂ ਨੇ ਕਿਹਾ ਹੈ ਕਿ ਅਫਸਰਸ਼ਾਹੀ ਸਾਡੇ ਮੁਤਾਬਕ ਕੰਮ ਨਹੀਂ ਕਰ ਰਹੀ, ਸਾਡੀ ਗੱਲ ਮੰਨ ਨਹੀਂ ਰਹੀ। ਜਿਵੇਂ ਕਾਂਗਰਸ ਦੇ ਵਿੱਚ ਕਹਿਣਾ ਸ਼ੁਰੂ ਹੋ ਗਿਆ ਸੀ, ਦੱਬੀ ਜ਼ੁਬਾਨ ਨਾਲ ਅੱਜ ਦੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਹੋਈ। ਤਾਂ ਉਹ ਅਫਸਰਸ਼ਾਹੀ ਹੁਣ ਕਿਵੇਂ ਹੋਊ? ਜੇ ਪ੍ਰਸ਼ਾਸਨਿਕ ਤੰਤਰ ਪੂਰੀ ਤਰ੍ਹਾਂ ਇੱਕ ਸਟ੍ਰੀਮਲਾਈਨ ਹੋਏਗਾ ਤਾਂ ਹੀ ਕੋਈ ਕਿਸੇ ਦੀ ਗੱਲ ਸੁਣੇਗਾ, ਨਹੀਂ ਤਾਂ ਨਹੀਂ ਸੁਣੇਗਾ। ਸਰਕਾਰ ਵੱਲੋਂ ਕੋਈ ਹਦਾਇਤਾਂ ਹੋਣਗੀਆਂ ਉਸ ਲੈਵਲ ਦੀਆਂ ਤਾਂ ਹੀ ਸੁਣੇਗਾ, ਨਹੀਂ ਤਾਂ ਨਹੀਂ ਸੁਣੇਗਾ। ਹੁਣ ਇਹ ਕਿੰਨੀ ਵੱਡੀ ਗੱਲ ਹੋਏਗੀ ਤੇ ਉਹਦੀ ਸੁਣੀ ਜਾਏਗੀ ਜਾਂ ਉਹਨੂੰ ਹੀ ਸਨੱਬ ਕਰ ਦਿੱਤਾ ਜਾਏਗਾ ਜਿਹੜੇ ਬੰਦੇ ਨੇ ਕਿਹਾ ਵੀ ਤੂੰ ਕਿਉਂ ਅਫਸਰਸ਼ਾਹੀ ਨਾਲ ਕੀ ਪੰਗੇ ਲੈ ਰਿਹਾ, ਜਾਂ ਬਾਕੀ ਦੀਆਂ ਚੀਜ਼ਾਂ ਨੇ। ਇਹ ਤੋਂ ਬਾਅਦ ਪਤਾ ਲੱਗਣਾ ਜਦੋਂ ਕੋਈ ਸਵਾਲ ਰੱਖਦਾ ਤੁਹਾਡੇ ਸਾਹਮਣੇ, ਉਹਨੂੰ ਤੁਸੀਂ ਹੱਲ ਕਿਵੇਂ ਕਰਦੇ ਹੋ। ਔਰ ਜੇ ਇਹ ਚੀਫ ਮਿਨਿਸਟਰ ਤੇ ਰਾਘਵ ਚੱਡਾ ਦੀ ਮੀਟਿੰਗ ਸੀ, ਉਹਨੂੰ ਉਹਨਾਂ ਨੇ ਸੁਣ ਕੇ ਉਹਦਾ ਇਲਾਜ ਉਹ ਕੀਤਾ, ਜਾਂ ਉਹ ਫਰਸਟ੍ਰੇਟ ਹੋਣਗੇ, ਜਾਂ ਉਹ ਨਿਰਾਸ਼ ਹੋ ਜਾਣਗੇ, ਇਸ ਤੋਂ ਬਾਅਦ ਆਪਣੀ ਗੱਲ ਰੱਖਣੀ ਬੰਦ ਕਰ ਦੇਣਗੇ। ਜੇ ਉਹ ਤੇ ਅਮਲ ਹੋ ਗਿਆ ਤਾਂ ਸ਼ਾਇਦ ਹੋਰ
ਆਪਣੀ ਗੱਲ ਰੱਖਣ ਦੇ ਲਈ ਉਤਸ਼ਾਹਤ ਹੋ ਜਾਣ ਤੇ ਉਹ ਗੱਲ ਰੱਖਣੀ ਸ਼ੁਰੂ ਕਰ ਦਿਆ ਕਰਨ ਆ ਕੇ ਕਿਸੇ ਨਾ ਕਿਸੇ। ਜੀ ਜੀ ਬਿਲਕੁਲ। ਅੱਛਾ, ਮੈਂ ਸਰਦਾਰ ਸਾਹਿਬ ਇੱਕ ਹੋਰ ਚੀਜ਼ ਜਿਹੜੀ ਮੇਰੇ ਧਿਆਨ 'ਚ ਸੀ, ਮੈਨੂੰ ਦੱਸਿਓ ਕਿਤੇ ਤੁਹਾਡੇ ਵੀ ਧਿਆਨ 'ਚ ਹੈ, ਕਿਉਂਕਿ ਸੱਤਾ ਤੇ ਗਲਿਆਰਿਆਂ ਦੇ ਆਸ-ਪਾਸ ਹੀ ਹੈ ਤੁਹਾਡੀ ਨਜ਼ਰ। ਮੈਨੂੰ ਵੀ ਪਤਾ ਲੱਗਿਆ ਕਿ ਪਿਛਲੀਆਂ ਦੋਨੇ ਸਰਕਾਰਾਂ ਵੇਲੇ ਇਹ ਕੋਸ਼ਿਸ਼ ਹੋਈ ਸੀਗੀ ਕਿ ਜਿਹੜਾ ਡਰੱਗਸ ਨਾਲ ਸੰਬੰਧਿਤ ਇੱਕ ਐਕਟ ਲਿਆਂਦਾ ਜਾਵੇ। ਜਦੋਂ STF ਬਣੀ ਸੀਗੀ, STF ਨੂੰ ਲੈ ਕੇ ਫਿਰ ਇੱਕ ਐਕਟ ਲਿਆਉਣ ਦੀ ਗੱਲ ਸੀ, ਜਿਹਨੂੰ ਪਹਿਲਾਂ ਸੁਖਬੀਰ ਸਿੰਘ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗਵਰਨਮੈਂਟ 'ਚ ਸਿਰੇ ਨਹੀਂ ਚਾੜਿਆ ਜਾ ਸਕਿਆ, ਔਰ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੇਲੇ ਇਹ ਬੜੇ ਐਫਰਟਸ ਹੋਏ, ਉਹਦਾ ਡਰਾਫਟ ਬਣਿਆ ਪਿਆ। ਮੇਰੇ ਕੋਲੇ ਸੂਚਨਾ ਹੈ ਕਿ ਦਿੱਲੀ ਦੇ ਵਿੱਚ ਇੱਕ ਪ੍ਰੈਜੈਂਟੇਸ਼ਨ ਦਿੱਤੀ ਗਈ ਆ STF ਦੇ ਇੱਕ ਵੱਡੇ ਅਧਿਕਾਰੀ ਵੱਲੋਂ, ਇੱਕ ਚਰਚਿਤ ਅਧਿਕਾਰੀ ਵੱਲੋਂ, ਔਰ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਡਰੱਗਸ ਨਾਲ ਸੰਬੰਧਿਤ ਮਾਮਲਿਆਂ ਤੇ ਇੱਕ ਐਕਟ ਆ ਰਿਹਾ ਹੈ। ਔਰ ਬਹੁਤ ਪੱਧਰ ਤੇ ਵੈਸੇ ਜਿਹੜੀ ਪਾਵਰ ਸੈਂਟਰਸ ਨੇ, ਜਿਹੜੀਆਂ ਪਹਿਲਾਂ ਕਿਹਾ ਜਾਂਦਾ ਸੀ ਜਿਹੜੀ ਚੇਨ ਆਫ ਕਮਾਂਡ ਹੈ, ਮਾਫੀ ਚਾਹੁੰਦਾ, ਉਹ ਅੱਗੇ ਜਾ ਕੇ ਪ੍ਰਭਾਵਿਤ ਨਾ ਹੋਵੇ। ਜਦੋਂ STF ਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਨੂੰ ਲਾ ਕੇ ਕਿਹਾ ਗਿਆ ਸੀਗਾ ਕਿ ਇਹ ਸਿੱਧੇ ਮੁੱਖ ਮੰਤਰੀ ਦਫ਼ਤਰ ਨੂੰ ਜਵਾਬ ਦੇ ਹੋਣਗੇ, ਉਦੋਂ ਸੁਰੇਸ਼ ਅਰੋੜਾ ਆਪਣੀ ਟੀਮ ਦੇ ਨਾਲ ਵੀਟੋ ਕਰਦੇ ਆ, ਫਿਰ ਉਹਨਾਂ ਦੀ ਜਿਹੜੀ ਇਸ ਤਰ੍ਹਾਂ ਦੀ ਨਿਯੁਕਤੀ ਆ ਉਹਨੂੰ ਰੱਦ ਵੀ ਕਰਾਉਂਦੇ ਆ। ਈਵਨ ਉਹ ਦਫ਼ਤਰ, ਉਹ ਜਿਹੜੇ ਆਰਡਰ ਸੀ ਉਹ ਬਦਲੇ ਜਾਂਦੇ ਆ, ਨਵਾਂ ਨੋਟੀਫਿਕੇਸ਼ਨ ਹੁੰਦਾ। ਲੇਕਿਨ ਹੁਣ ਫਿਰ ਇੱਕ ਵਾਰੀ ਨਵੇਂ ਸਿਰਿਓਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਕਿ ਪਾਵਰ ਸੈਂਟਰ ਅਲੱਗ ਵੀ ਹੋ ਸਕਦੇ ਆ, ਔਰ ਇਹ ਐਕਟ ਵੀ ਆ ਸਕਦਾ, ਇਹ ਤਾਕਤਵਰ ਵੀ ਹੋ ਸਕਦੀ STF ਦਾ, ਮਤਲਬ ਕੁਝ ਚੰਗੇ ਕੰਮ ਵੀ ਹੋ ਸਕਦੇ ਆ। ਦੇਖੋ ਕਰਨਗੇ। ਵੈਸੇ ਤਾਂ NDPS ਐਕਟ ਦੇ ਵਿੱਚ ਤਾਂ ਸੋਧ ਗਵਰਨਮੈਂਟ, ਸਟੇਟ ਗਵਰਨਮੈਂਟ ਨਹੀਂ ਕਰ ਸਕਦੀ, ਉਹ ਤਾਂ ਆਪਣੇ ਵੱਲੋਂ ਇੱਕ ਪ੍ਰੈਜ਼ੀਡੈਂਟ ਨੂੰ ਭੇਜ ਸਕਦੀ ਹੈ। ਤੇ ਜੇ ਕੋਈ ਸਟੇਟ ਚਾਹੇ ਕਿ ਅਸੀਂ ਉਹਦੇ 'ਚ ਸਜ਼ਾ ਵਧਾਉਣੀ ਹੈ, ਅਸੀਂ ਬਾਕੀ ਚੀਜ਼ਾਂ ਕਰਨੀਆਂ ਨੇ, ਜਿਹੜੇ ਵੀ ਕੰਕਰੈਂਟ ਲਿਸਟ 'ਚ ਹੁੰਦੇ ਨੇ, ਉਹ ਜੇ ਪ੍ਰਵਾਨ ਕਰ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ ਆਪਣੀ ਸਟੇਟ 'ਚ ਕਰ ਲਓ, ਤਾਂ ਹੁੰਦਾ। ਹਾਂ, ਇੱਥੇ ਜਿਹੜੀ ਪੁਲਿਸ ਦੇ ਕੰਮ ਧੰਦੇ ਦੇ ਵਿੱਚ ਕੋਈ ਡਿਮਾਰਕੇਸ਼ਨ ਹੈ ਕਿ ਅਸੀਂ ਪਾਰਟੀਕੂਲਰਲੀ ਡਰੱਗ ਤੇ ਲਾ ਰਹੇ ਹਾਂ ਇੱਕ STF, ਉਹਦੇ ਲਈ ਰੂਲਸ ਅਲੱਗ ਬਣਾ ਰਿਹਾ ਐਕਟ ਦੇ ਅਕੋਰਡਿੰਗਲੀ, ਉਹਦੀ ਪਾਵਰ ਅਲੱਗ ਹੋਏਗੀ, ਉਹ ਇੱਕ ਟਾਈਪ ਦਾ ਡਿਪਾਰਟਮੈਂਟ ਹੀ ਵੱਖਰਾ ਹੋ ਜਾਏਗਾ ਫਿਰ ਤਾਂ, ਕਿਉਂਕਿ ਉਹਦਾ ਹੈੱਡ ਜਾਂ ਬਾਕੀ ਚੀਜ਼ਾਂ ਵੱਖਰੀਆਂ ਹੋਣਗੀਆਂ, ਤਾਂ ਉਹ ਇੱਕ ਅਲੱਗ ਗੱਲ ਹੈ। ਬਿਲਕੁਲ ਇਹ ਠੀਕ ਗੱਲ ਹੈ। ਹਰਪ੍ਰੀਤ ਸਿੱਧੂ ਦੀ ਜਿਹੜੀ ਮਤਲਬ ਟੀਮ ਸੀ, ਉਹ ਸਿਮਰ ਤਾਂ ਪਹਿਲਾਂ ਤੋਂ ਹੀ ਕਰ ਰਹੀ ਸੀ, ਕਿਉਂਕਿ DGP ਤੋਂ ਬਾਹਰ ਹੋ ਗਈ, ਹੋਮ ਸੈਕਟਰੀ ਤੋਂ ਬਾਹਰ ਹੋ ਗਏ, ਬਾਕੀ ਦੀਆਂ ਚੀਜ਼ਾਂ ਹੁੰਦੀਆਂ ਨੇ, ਉਹ ਸੀਨੀਅਰ ਇੱਕ ਸੈਟਅਪ ਦੇ ਵਿੱਚ ਬੜਾ ਖਾਸ ਤੌਰ ਤੇ IAS IPS ਲੌਬੀਜ਼ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਵੀ ਫਿਰ ਇਹ ਜਿਹੜਾ ਜੂਨੀਅਰ ਸੀਨੀਅਰ ਦਾ ਜਿਹੜਾ ਇੱਕ ਸਿਸਟਮ ਹੈ। ਪਰ ਉਹਦੇ ਵਿੱਚ ਨਾਲ ਦੀ ਨਾਲ ਇਹ ਹੈ ਕਿ ਵੱਡਾ ਰੌਲਾ ਉਦੋਂ ਪੈ ਗਿਆ ਜਦੋਂ ਹਰਪ੍ਰੀਤ ਸਿੱਧੂ ਦੇ ਬਿਲਕੁਲ ਉੱਥੇ ਤੱਕ ਪਹੁੰਚ ਗਏ ਕਈ ਚੀਜ਼ਾਂ, ਜਿਹੜਾ ਉਦੋਂ ਦਾ ਇੱਕ SSP ਰਾਜਜੀਤ ਦਾ ਨਾਮ ਤੇ ਉਹ ਬਾਕੀ ਜੇ ਖੁੱਲ ਕੇ ਸਾਹਮਣੇ ਆਈਆਂ ਸੀ, ਉਹ ਸਾਰੇ ਮਾਮਲੇ ਦੇ ਵਿੱਚ ਹਾਈਕੋਰਟ ਤੱਕ ਵੀ ਆਈਆਂ ਸੀ, ਤੇ ਜਿਹੜਾ ਚਹੇਤੇ ਸੀ ਉਸ ਸਮੇਂ ਦੇ ਬਹੁਤ ਇੰਟੈਲੀਜੈਂਸ ਚੀਫ ਦੇ ਤੇ DGP ਦੋਨਾਂ ਦੇ, ਉਦੋਂ ਤੋਂ ਫਿਰ ਉਹ ਪੈਂਡਿੰਗ ਪਈ ਹੈ। ਇਸੇ ਕਰਕੇ ਤਾਂ ਮਤਲਬ ਉਹ ਸਾਰਾ ਕੁਝ ਹੀ ਫਿਰ ਖਤਮ ਹੋਇਆ। ਫਿਰ ਚੀਫ ਮਿਨਿਸਟਰ ਤੱਕ ਗਿਆ, ਜਦੋਂ ਇਹ ਰੌਲਾ ਪਿਆ ਤਾਂ ਇੱਕ ਗੱਲ ਆਈ ਸੀ ਸਭ ਦੇ ਸਾਹਮਣੇ, ਚੀਫ ਮਿਨਿਸਟਰ ਸਾਹਿਬ ਨੇ ਬਿਆਨ ਵੀ ਦਿੱਤਾ ਸੀ ਕਿ ਦੋਨਾਂ ਨੂੰ ਬੁਲਾ ਕੇ ਸਮਝੌਤਾ ਕਰਾ ਦਿੱਤਾ ਗਿਆ, ਮਤਲਬ ਲਗਭਗ ਪੰਚਾਇਤੀ ਸਮਝੌਤਾ ਹੋ ਗਿਆ ਸੀ ਵੀ ਦੋਨੋਂ ਨਹੀਂ ਬੋਲਣਗੇ ਜੀ। ਸਰਕਾਰਾਂ ਪੰਚਾਇਤੀ ਸਮਝੌਤੇ ਨਾਲ, ਮਤਲਬ ਲਾ ਪੁਆਇੰਟ ਦੀ ਬਜਾਏ ਕਿਹਦੀ ਗੱਲ ਠੀਕ ਹੈ ਕਿਹਦੀ ਨਹੀਂ ਹੈ ਇਹਦੀ ਬਜਾਏ, ਉਹ ਉਦੋਂ ਦਾ ਪੰਚਾਇਤੀ ਸਮਝੌਤਾ ਹੋਇਆ ਜਿਹੜਾ ਅਜੇ ਤੱਕ ਸ਼ਾਇਦ ਉਹ ਰਿਪੋਰਟ ਪੂਰੀ ਤਰ੍ਹਾਂ ਖੁੱਲ ਕੇ ਸਾਹਮਣੇ ਨਹੀਂ। ਨਵਜੋਤ ਸਿੱਧੂ ਉਹਨਾਂ ਨੇ ਬਾਅਦ ਦੇ ਵਿੱਚ ਆ ਕੇ ਕਿਹਾ ਕਿ ਹੁਣ ਚੀਫ ਮਿਨਿਸਟਰ ਬਦਲ ਗਿਆ, ਅਸੀਂ ਲਿਆਵਾਂਗੇ, ਅਸੀਂ ਦੇਖੋ ਤੁਹਾਡੇ ਸਾਹਮਣੇ ਹੈ। ਉਹਦਾ ਕੱਲਾ ਵਿਕਰਮ ਮਜੀਠੀਆ ਤਾਂ ਉਸ ਰਿਪੋਰਟ ਦਾ ਕੱਲਾ ਨਹੀਂ ਨਾ, ਉਹ ਚ ਕਈ ਪੁਲਿਸ ਅਫਸਰ ਵੀ ਨੇ, ਕਈ ਹੋਰ ਲੋਕ ਵੀ ਨੇ, ਬਾਕੀ ਦੇ ਲੋਕ ਨੇ, ਉਹ ਕਿੱਥੇ ਆ, ਉਧਰ ਨੂੰ ਵਧੀ ਕਿਉਂ ਨਹੀਂ? ਫਿਰ ਇਸ ਗਵਰਨਮੈਂਟ 'ਚ ਜੇ ਸੰਭਾਵਨਾ ਵਧੇ ਤੇ ਸ਼ਾਇਦ ਜੇ ਉਹ ਰਿਪੋਰਟ ਟੋਟਲੀ ਲਿਆ ਕੇ ਬਾਕੀ ਦੀਆਂ ਗੱਲਾਂ ਹੋਣਗੀਆਂ, ਔਰ ਮੈਨੂੰ ਲੱਗਦਾ ਕਿ ਓਰੀਜਨਲੀ ਹੋਰ ਜ਼ਿਆਦਾ ਇਨਫੋਰਮੇਸ਼ਨ ਵੀ ਹਰਪ੍ਰੀਤ ਸਿੱਧੂ ਉਹਨਾਂ ਕੋਲ ਵੀ ਹੋਣੀ ਹੈ ਜੇ ਲੈਣਾ ਚਾਹੇਗੀ ਗਵਰਨਮੈਂਟ। ਇਹ ਤੋਂ ਬਿਨਾਂ ਕਈ ਵਾਰ ਰਿਪੋਰਟ ਤੋਂ ਬਾਹਰ ਵੀ ਬਥੇਰੀਆਂ ਸੂਚਨਾਵਾਂ ਹੁੰਦੀਆਂ ਨੇ ਵੀ ਜੇ ਤੁਸੀਂ ਡਰੱਗ ਤੇ ਕੋਈ ਕੁੰਡਾ ਕੱਸਣਾ ਹੀ ਚਾਹੁੰਦੇ ਹੋ ਤਾਂ ਆਹ ਚੀਜ਼ਾਂ ਨੇ, ਆਹ ਅਫਸਰ ਨੇ, ਆਹ ਗੱਠਜੋੜ ਹੈ ਤੇ ਇਹਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਜੇ ਚਾਹਤ ਹੋਵੇ ਤਾਂ ਮੇਰੇ ਖਿਆਲ ਕਾਰਵਾਈ ਕੀਤੀ ਜਾ ਸਕਦੀ ਹੈ, ਕੋਈ ਬੜੀ ਗੱਲ ਨਹੀਂ। ਬਿਲਕੁਲ। ਜਦੋਂ ਕੈਪਟਨ ਅਮਰਿੰਦਰ ਸਿੰਘ ਆਉਂਦੇ ਆ ਤਾਂ ਉਹਨਾਂ ਵੱਲੋਂ ਦਿੱਲੀ ਤੋਂ ਲਿਆਂਦਾ ਗਿਆ ਸੀ ਹਰਪ੍ਰੀਤ ਸਿੰਘ ਸਿੱਧੂ ਨੂੰ, ਤੇ ਹਰਪ੍ਰੀਤ ਸਿੰਘ ਸਿੱਧੂ ਜਦੋਂ ਸਿੱਟੇ ਤੱਕ ਪਹੁੰਚਣ ਲੱਗਦੇ ਆ ਤਾਂ ਮੇਰੇ ਖਿਆਲ ਆ ਉਦੋਂ ਜਿਹੜੇ ਹੁਣ DG ਚੱਟੋਪਾਧਿਆਏ ਉਹਨਾਂ ਦੀ ਅਗਵਾਈ 'ਚ ਜਿਹੜੀ SIT ਬਣਦੀ ਹੈ ਤੇ ਫਿਰ ਉਹ ਅਜੇ ਸੀਲ ਬੰਦ ਹੈ। ਵਿਕਰਮ ਮਜੀਠੀਆ ਵਾਲਾ ਕੇਸ ਤਾਂ ਐਵੇਂ ਡਿਲੇ ਹੁੰਦਾ ਰਿਹਾ, ਹੋਰ ਜਿਹੜੇ ਕੇਸ ਨਾਲ ਦੇ ਸੀਗੇ ਉਹ ਵੀ ਸੀਲ ਬੰਦ ਹੈ। ਇਹ ਗਵਰਨਮੈਂਟ ਕਿੰਨਾ ਕਿਤੇ ਅੱਗੇ ਵਧ ਰਹੀ ਹੈ ਅਲੱਗ ਗੱਲ ਆ, ਪਰ ਪਿਛਲੇ ਦਿਨਾਂ 'ਚ ਜਿਹੜੀ ਇਹ ਦਿੱਲੀ ਦੇ ਵਿੱਚ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦਿੱਤੀ ਗਈ ਹੈ ਤੇ ਉਹ ਬਹੁਤ ਵੱਡੇ ਅਧਿਕਾਰੀ ਵੱਲੋਂ ਦਿੱਤੀ ਗਈ ਹੈ, ਤੇ ਉਹ ਆਪਸੀ ਅੰਦਰ ਦੀ ਜਿਹੜੀ ਸਿਆਸਤ ਆ ਸੱਤਾ ਦੇ ਗਲਿਆਰਿਆਂ ਦੀ, ਪੁਲਿਸ ਦੀ ਬਹੁਤ ਵੱਡੇ ਅਫਸਰਸ਼ਾਹੀ ਦੀ, ਉਹ ਅਗਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਪਰਦੇ ਚੱਕੇ ਵੀ ਜਾਣਗੇ, ਰੌਲੇ ਵਧਣਗੇ।
ਪਰ ਇੱਕ ਚੀਜ਼ ਜਿਹੜੀ ਮੈਨੂੰ ਸਰਦਾਰ ਸਾਹਿਬ ਇਹ ਸਮਝਾਇਓ ਕਿ ਇੰਨਾ ਸਭ ਕੁਝ ਇੰਨਾ ਬਦਲਾਅ ਲਈ ਕੀਤਾ ਜਾ ਰਿਹਾ, ਇੰਨਾ ਰੌਲਾ, ਇੰਨਾ ਸਾਰਾ ਕੁਝ, ਫਿਰ ਆ ਸਫੇ ਤੇ ਇਸ਼ਤਿਹਾਰ ਇਹ ਦੱਸਣ ਲਈ ਦੇਣ ਦੀ ਕੀ ਲੋੜ ਆ? ਕਿਉਂਕਿ ਮਾਨ ਸਾਹਿਬ ਆਪ ਕਹਿੰਦੇ ਰਿਹਾ ਕਿ ਅਸੀਂ ਇੱਕ ਇੱਕ ਪੈਸੇ ਨੂੰ ਲੋਕਾਂ ਦੇ ਹਿੱਤ 'ਚ ਵਰਤਾਂਗੇ। ਇੰਨੀ ਜ਼ਿਆਦਾ ਇਸ਼ਤਿਹਾਰਬਾਜ਼ੀ ਦੀ ਕੋਈ ਜ਼ਰੂਰਤ ਹੁੰਦੀ ਹੈ ਜਦੋਂ ਤੁਸੀਂ ਇੰਨੇ ਪੋਪੂਲਰ ਹੋ, 92 ਤੁਹਾਡੇ ਕੋਲ ਬੰਦੇ ਨੇ, ਥਾਂ ਥਾਂ ਤੁਹਾਡਾ ਨਾਂ ਚੱਲਣ ਡਿਆ, ਸਾਡੇ ਵਰਗੇ ਕਈ ਚੈਨਲ ਜਿਹੜੇ ਆ ਉਹ ਸਾਰਾ ਦਿਨ ਤੁਹਾਡਾ ਨਾਂ ਜਪਦੇ ਆ, ਤਾਂ ਫਿਰ ਸਰਕਾਰੀ ਖਜ਼ਾਨੇ ਦੇ ਵਿੱਚੋਂ ਇਹ ਦੱਸਣ ਲਈ ਕਿ ਅਸੀਂ ਹੁਣ ਤੁਹਾਡੀ ਰਾਏ ਲੈਣੀ ਆ, ਤੁਸੀਂ ਬਜਟ ਤੇ ਰਾਏ ਦਿਓ, ਤੇ ਉਹ ਤੁਹਾਨੂੰ ਅਖੜੀ ਨਹੀਂ ਥੋੜੀ ਗੱਲ? ਮੈਨੂੰ ਇਹ ਲੱਗਦਾ ਕਿ ਰਾਏ ਦੇ ਲਈ ਵੀ ਚਲੋ 4 ਦਿਨ ਲੋਕ ਗੱਲ ਕਰਨਗੇ ਨਾ, ਵੀ ਦੇਖੋ ਸਾਡੇ ਤੋਂ ਵੀ ਪੁੱਛ ਰਹੇ ਨੇ। ਬੜੀ ਵਾਰ ਇਹ ਹੁੰਦਾ ਜਦੋਂ ਸਭ ਨੂੰ ਪੁੱਛੋ ਵਾਲਾ ਸਿਸਟਮ ਆ ਜਾਂਦਾ ਨਾ, ਉਦੋਂ ਮਤਲਬ ਹੁੰਦਾ ਕਿਸੇ ਨੂੰ ਵੀ ਨਾ ਪੁੱਛੋ। ਜਦੋਂ ਤੁਸੀਂ ਕਹਿੰਦੇ ਹੋ ਸਾਰੇ ਆਪਣੀ ਰਾਏ ਦਿਓ, ਤੇ ਇਹਦਾ ਮਤਲਬ ਕਿਸੇ, ਉਹ ਹਰ ਚੀਜ਼ ਦਾ ਕੋਈ ਨਾ ਇੱਕ ਪੈਰਾਮੀਟਰ ਹੁੰਦੇ ਨੇ, ਇੱਕ ਮਾਪਦੰਡ ਹੁੰਦੇ ਕਿ ਕਿਹੜੀ ਪਾਰਟੀਕੂਲਰ ਚੀਜ਼ ਹੈ, ਕਿਹਦੇ ਤੋਂ ਪੁੱਛੀ ਜਾਣੀ ਚਾਹੀਦੀ ਹੈ, ਕਿਹਦੇ ਤੋਂ ਕਿਵੇਂ ਪੁੱਛੀ ਜਾਣੀ ਚਾਹੀਦੀ ਹੈ। ਜਿਵੇਂ ਹੁਣ ਜੇ ਇੱਕ ਗੱਲ ਪੋਜ਼ਿਟਿਵ ਵੀ ਕਰ ਦਿੰਦੇ, ਜੇ ਦੇਣੀ ਵੀ ਸੀ ਨਾ ਨਿਆਂ ਐਡ, ਤਾਂ ਜਿਹੜਾ ਪੂਰਾ ਪੇਜ ਹੈ ਕੱਲਾ ਕਾਲਾ ਕਰਤਾ ਤੇ ਕੁਝ ਫੋਟੋਆਂ ਛਾਪਤੀਆਂ ਤੇ ਕੁਝ, ਇਹਦੀ ਬਜਾਏ ਉਹ ਡਾਟਾ ਦੇ ਦਿੰਦੇ, ਟੋਟਲ ਡਾਟਾ ਦਿੰਦੇ ਕਿ ਪੰਜਾਬ ਦਾ 70,000 ਕਰੋੜ ਰੁਪਏ ਦਾ ਘਾਟੇ ਦਾ ਬਜਟ ਹੈ ਭਾਈ ਸਾਹਿਬ। ਨਾਲ ਇਹ ਦਿੰਦੇ ਕਿ ਜਿੰਨਾ ਰੈਵਨਿਊ ਆ ਉਹਦਾ 97% ਤਿੰਨ ਚੀਜ਼ਾਂ ਤੇ ਖਰਚ ਹੋ ਰਿਹਾ ਹੈ। ਉਹ ਤਿੰਨੇ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਹੈ ਤਨਖਾਹਾਂ ਤੇ ਪੈਨਸ਼ਨਾਂ, ਦੂਜੀ ਚੀਜ਼ ਹੈ ਜਿਹੜੀ ਹੈ ਜਿਹੜੀ ਸਬਸਿਡੀਆਂ ਦਾ ਜਿਹੜਾ ਬਾਕੀ ਦਾ ਜਿਹੜਾ ਚੀਜ਼ ਹੈ, ਤੀਜੀ ਚੀਜ਼ ਹੈ ਇੰਟਰਸਟ ਪੇਮੈਂਟ, ਜਿਹੜੇ ਵਿਆਜ ਦੀ ਸਾਨੂੰ 18,000 ਕਰੋੜ ਦੇਣੀ ਪੈ ਰਹੀ ਹੈ। ਬਾਕੀ ਬਚਦੇ ਨੇ 100 ਚੋਂ 3 ਰੁਪਏ। ਇਹਦਾ ਆਪਾਂ ਕੀ ਕਰੀਏ? ਲੋਕਾਂ ਨੂੰ ਐ ਪੁੱਛਦੇ, ਨਾਲੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਕਿੱਥੇ ਦਾ ਕਿੰਨਾ ਕਰਜ਼ਾ ਹੈ। ਕਰਜ਼ਾ ਵੱਧ ਕੇ ਜੀ 3,15,748 ਕਰੋੜ ਰੁਪਇਆ ਹੋ ਗਿਆ, ਤੇ ਉਹਦੇ ਵਿੱਚੋਂ ਜਦੋਂ ਵੱਧਦਾ ਤਾਂ ਹੁਣ ਅੱਗੇ ਤਾਂ ਕਰਜ਼ਾ ਤਾਂ ਵੱਧਦਾ ਹੀ ਜਾ ਰਿਹਾ, ਉਹਦਾ ਵਿਆਜ ਵੀ ਵੱਧਦਾ ਜਾ ਰਿਹਾ। ਫਿਰ ਉਹ ਦੱਸਦੇ ਕਿ ਕਿਹੜੇ ਡਿਪਾਰਟਮੈਂਟ ਤੇ ਕਿੰਨਾ ਖਰਚ ਕਰਦੇ ਆ। ਜਿੰਨਾ ਪ੍ਰਸ਼ਾਸਨਿਕ ਖਰਚਾ ਹੈ ਜਨਰਲ ਐਡਮਿਨਿਸਟ੍ਰੇਸ਼ਨ ਦਾ, ਪੁਲਿਸ ਦਾ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਹੈ ਖਰਚਾ ਪੁਲਿਸ ਪ੍ਰਸ਼ਾਸਨ ਦਾ। ਉਹ ਐਡਮਿਨਿਸਟ੍ਰੇਸ਼ਨ ਦਾ ਵੀ ਲੋਕਾਂ ਨੂੰ ਪਤਾ ਲੱਗੇ ਕਿ ਕੀ ਹੈ। ਫਿਰ ਅਗਲਾ ਜਿਹੜੀ ਵਾਲੀਆ ਕਮੇਟੀ ਦੀ ਰਿਪੋਰਟ ਹੈ ਉਹਦੇ ਨਾਲ ਵੀ ਕੰਪੈਰੀਜ਼ਨ ਕਰ ਲੈਂਦਾ ਕਿ ਦੇਸ਼ ਦੇ ਵਿੱਚ ਕਿਹੜੇ ਤੇ ਕਿੰਨਾ ਖਰਚ ਹੋ ਰਿਹਾ, ਕਿਹੜੇ ਤੇ ਕਿੰਨਾ, ਤਾਂ ਦੱਸ ਸਕਦਾ ਬੰਦਾ ਵੀ ਭਾਈ ਆ ਤਾਂ ਸਿੱਧਾ ਦਿੰਦਾ, ਇਹਦੇ ਤੋਂ ਘਟਾ ਲਓ ਇੰਨਾ, ਇਹਦੇ ਤੇ ਵਧਾ ਲਓ, ਇਹਦੇ ਤੋਂ ਘਟਾ ਲਓ। ਤੇ ਸਾਰੇ ਲੋਕ ਨਹੀਂ ਤਾਂ ਕੁਝ ਪੜ੍ਹੇ ਲਿਖੇ ਲੋਕ ਜ਼ਰੂਰ, ਫਿਰ ਉਹ ਜੇ ਉਹਨਾਂ ਸਾਹਮਣੇ ਇੱਕ ਟਾਈਪ ਦਾ ਵਾਈਟ ਪੇਪਰ ਟਾਈਪ ਦੀ ਡਾਟਾ ਆ ਜਾਂਦਾ ਨਾ ਪਿਛਲਾ, ਕਿ ਸਾਡੇ ਕੋਲ ਇੰਨਾ ਰੈਵਨਿਊ ਇੱਥੋਂ ਆ ਰਿਹਾ, ਇੰਨਾ ਇੱਥੋਂ ਆ ਰਿਹਾ, ਇੱਥੋਂ ਆ ਰਿਹਾ। ਤੇ ਇੱਕ ਇਹ ਵੀ ਕਰ ਦਿੰਦੇ ਜਿਹੜਾ ਚੋਣਾਂ ਤੋਂ ਪਹਿਲਾਂ ਕਿਹਾ ਗਿਆ ਸੀ, ਨਵਜੋਤ ਸਿੱਧੂ ਵੀ ਬੜਾ ਕਹਿੰਦੇ, ਇਹ ਵੀ ਕਹਿੰਦੇ ਸੀ ਕਿ 30,000 ਕਰੋੜ ਰੇਤੇ ਤੋਂ ਆ ਜਾਊਗਾ, ਜਾਂ ਸ਼ਰਾਬ ਤੋਂ ਇੰਨਾ ਆ ਜਾਊਗਾ, ਕਿ ਉਹ ਹੁਣ ਆ ਨਹੀਂ ਰਿਹਾ, ਜਾਂ ਕੋਈ ਇਹੋ ਜਿਹਾ ਵਿਧਾ ਬਣ ਨਹੀਂ ਰਹੀ ਕਿਸ ਤਰੀਕੇ ਨਾਲ ਕਰਨਾ ਹੈ। ਮਤਲਬ ਕੁਝ ਇਨਫੋਰਮੇਸ਼ਨ ਤਾਂ ਦੇ ਦਿਓ ਲੋਕਾਂ ਨੂੰ ਉਹਦੇ ਚ, ਜੇ ਤੁਸੀਂ ਇਹੀ ਕਰਨਾ ਹੈ। ਨਹੀਂ ਤਾਂ ਇਹਦਾ ਕੋਈ ਮਤਲਬ ਨਹੀਂ ਬਣਦਾ। ਇਹ ਬਿਨਾਂ ਮਤਲਬ ਘਰ ਫੂਕ ਤਮਾਸ਼ਾ ਹੈ, ਕੋਈ ਲੋਕਾਂ ਨੂੰ ਤਾਂ ਨਹੀਂ ਫਾਇਦਾ ਹੋਣਾ, ਤੇ ਕਿਧਰੇ ਵੀ ਜਾ ਕੇ ਤੁਸੀਂ ਉਹ ਕਰ। ਹਾਂ, ਦੂਜੀ ਗੱਲ, ਜੇ ਸੱਚੀਓ ਤੁਸੀਂ ਲੋਕਾਂ ਦੀ ਰਾਏ ਲੈਣ ਦੀ ਗੱਲ ਕਰਦੇ ਹੋ ਕਿ ਵੀ ਤੁਹਾਡੇ ਕੋਲ ਸੰਸਥਾਵਾਂ ਨੇ, ਆਲਰੇਡੀ ਸੰਸਥਾਵਾਂ ਨੇ, ਜ਼ਿਲ੍ਹਾ ਪ੍ਰੀਸ਼ਦਾਂ ਤੁਹਾਡੇ ਕੋਲ ਜ਼ਿਲ੍ਹਾ ਚ ਨੇ, ਬਲਾਕ ਸਮਤੀਆਂ ਬਲਾਕ ਚ ਨੇ, ਪਿੰਡਾਂ ਚ ਪੰਚਾਇਤਾਂ ਤੇ ਗ੍ਰਾਮ ਸਭਾਵਾਂ ਨੇ, ਸ਼ਹਿਰਾਂ ਚ ਮਿਊਨਿਸਪਲ ਕਾਰਪੋਰੇਸ਼ਨਾਂ ਨੇ, ਮਿਊਨਿਸਪਲ ਕਮੇਟੀਆਂ ਨੇ ਤੇ ਵਾਰਡ ਸਭਾਵਾਂ ਨੇ। ਕਿਉਂ ਨਹੀਂ ਉਹਨਾਂ ਦੇ ਇਕੱਠ ਹੋ ਕੇ ਉੱਥੇ ਮੁਲਾਜ਼ਮ ਜਾਂਦੇ, ਤੁਹਾਡੇ ਅਫਸਰ, ਉਹਨਾਂ ਤੋਂ ਪੁੱਛਦੇ ਕਿ ਤੇਰੀ ਡਿਮਾਂਡ ਕੀ ਹੈ। ਉਹ ਤੋਂ ਮੰਗ ਤਾਂ ਪੁੱਛੀ ਜਾ ਸਕਦੀ ਹੈ, ਚਲੋ ਬਜਟ ਚ ਕੀ ਕਰਨਾ, ਇੱਧਰ ਉੱਧਰ ਲਾਓ, ਨਾ ਕਰੋ। ਔਰ ਜਿਹੜੀ ਸੰਵਿਧਾਨਕ ਤੌਰ ਤੇ ਲਿਖੀ ਹੋਈ ਗੱਲ ਹੈ, ਸੰਵਿਧਾਨ ਦੇ ਵਿੱਚ ਦਰਜ ਹੈ 73ਵੀਂ ਤੇ 74ਵੀਂ ਸੰਵਿਧਾਨਕ ਸੋਚ ਕਿ ਲੋਕਲ ਬਾਡੀ ਤੇ ਪੰਚਾਇਤੀ ਰਾਜ ਦਾ ਜਿਹੜਾ ਬਜਟ ਹੈ ਉਹਦਾ ਟੋਟਲ ਉੱਥੇ ਡਿਸਕਸ ਹੋਣਾ ਚਾਹੀਦਾ ਹੈ। ਉਹ ਤਾਂ ਹੋ ਨਹੀਂ ਰਿਹਾ। ਤੇ ਸੂਬੇ ਦੇ ਬਜਟ ਤੇ ਅਸੀਂ ਇਹ ਕਹਿ ਰਹੇ ਹਾਂ ਵੀ ਇਹ ਸਿਸਟਮ ਇਨ ਪਲੇਸ ਕਰ ਦੇਣ ਕਿ ਆਹ ਚੀਜ਼ਾਂ ਐ ਹੋਣਗੀਆਂ, ਫਿਰ ਅਸੀਂ ਚਲੋ ਫੌਰਨ ਦੀ ਨਕਲ ਜਾਂ ਕਿਤੇ ਦੀ ਕਹਿ ਸਕਦੇ ਹਾਂ ਵੀ ਫਿਰ ਅਸੀਂ ਹੌਲੀ 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 ਲੋਕਾਂ ਨੂੰ ਕੋਈ ਨਾ ਕੋਈ ਉਧਰ ਲਾ ਸਕਦੇ ਹਾਂ, ਇੱਕ ਟ੍ਰੇਨਿੰਗ ਹੋ ਜਾਏਗੀ ਜੇਕਰ ਹੋ ਜਾਏਗੀ। ਹੁਣ ਇਹ ਉਹੋ ਜਿਹਾ ਹੀ ਹਾਲ ਹੈ ਜਿਵੇਂ ਪਹਿਲਾਂ ਵੀ ਇਹ ਗੱਲ ਸੀ ਕਿ ਸਾਰੇ ਚੀਫ ਮਿਨਿਸਟਰ ਦੀ ਸਹੁੰ ਚੱਕ ਲਈ, ਸਭ ਨੇ ਬਜਟ 'ਚ ਹਿੱਸਾ ਪਾਤਾ, ਸਭ ਨੇ ਕਿਸੇ ਨੇ ਹੋਰ ਕਿਸੇ ਗੱਲ ਦੇ ਵਿੱਚ ਕਿਸੇ ਨੂੰ ਕਹਿਤਾ ਵੀ ਉੱਥੇ ਅਰਦਾਸ ਕਰੋ ਸਾਰੇ ਬੰਦੇ ਰਲ ਕੇ ਆਪਾਂ ਪੰਜਾਬ ਠੀਕ ਹੋ ਜੇ। ਇਹੋ ਜਿਹਾ ਵੀ ਇੱਕ ਸੱਦਾ, ਇੱਕ ਇਹ ਵੀ ਸ਼ੁਭ ਸ਼ਗਨ ਹੈ, ਚੰਗੀ ਗੱਲ ਹੈ, ਸੱਦਾ ਦੇ ਦੋਗੇ ਜੇਕਰ। ਪਰ ਗੱਲ ਬਣਨੀ ਹੈ ਉਹੀ ਜਿਹੜੀ ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਕਿ ਪੰਜਾਬ ਤੋਂ ਬਾਹਰ ਦੇ ਕਿਤੇ ਦੇ ਵੀ ਇਕਨੋਮਿਕ ਮਾਰ, ਉਹਨਾਂ ਨੂੰ ਸੱਦੋ, ਉਹਨਾਂ ਕੋਲ ਚੀਫ ਮਿਨਿਸਟਰ ਜਾਏ ਆਪ ਤੇ ਬਾਕੀ ਜਾਏ, ਜਾਂ ਬੁਲਾਓ, ਗੱਲ ਕਰੋ ਕਿ ਆਹ ਗੱਡਾ ਫਸਿਆ ਹੋਇਆ ਤੇ ਹੁਣ ਇਹ ਫਸੇ ਹੋਏ ਨੂੰ ਕੱਢਣਾ ਕਿਵੇਂ ਆ। ਫਿਰ ਉਹਨਾਂ ਦੀ ਮੰਨੋ ਵੀ, ਕੱਲਾ ਉਡਾ ਨਾ ਦਿਓ, ਉਹਨਾਂ ਦੇ ਸਵੈਮਾਨ ਨੂੰ ਸੱਟ ਨਾ ਮਾਰੋ ਕਿ ਬਸ ਤੇਰਾ ਇੰਨਾ ਹੀ ਕੰਮ ਸੀ। ਇੱਕ ਵਾਰ ਇੱਥੇ ਹੋਇਆ, ਅਸੀਂ ਕਰਾ ਲਿਆ ਇੱਕ ਸੈਮੀਨਾਰ ਐਜੂਕੇਸ਼ਨ ਤੇ ਕਿ ਪੰਜਾਬ ਦੀ ਐਜੂਕੇਸ਼ਨ ਕਿਵੇਂ ਸੁਲਝੇ, ਤੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ, ਉਦੋਂ ਕਾਂਗਰਸ ਵੱਲੋਂ ਮਨਪ੍ਰੀਤ ਬਾਦਲ ਆਏ ਸੀਗੇ,
ਉਹਨਾਂ ਤੋਂ ਕਹਿੰਦੇ ਹੋ ਗਿਆ ਵੀ ਨੀਅਤ ਸਿੱਧੀ ਚਾਹੀਦੀ ਹੈ, ਆ ਜਿਹੜੀ ਅਕਲ ਤਾਂ ਜਦ ਮਰਜ਼ੀ ਖਰੀਦ ਲਓ। ਉਹ ਜਿਹੜੇ ਬੁੱਧੀਜੀਵੀ ਸਾਰੇ ਬੈਠੇ ਸੀ ਉਹ ਗੱਲ ਪੈ ਗਏ ਵੀ ਅਕਲ ਦੀ ਤੁਸੀਂ ਅੱਜ ਬੈਠੇ ਕਰ ਰਹੇ ਹੋ ਸਾਡੇ ਸਾਹਮਣੇ। ਫਿਰ ਉਹ ਉਦੋਂ ਹੀ ਮੌਕੇ ਤੇ ਕਿਹਾ ਵੀ ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਨਹੀਂ ਸੀਗਾ, ਵੀ ਗੱਲ ਹੋਰ ਹੈ। ਤੁਹਾਡੇ ਦਿਮਾਗ 'ਚ ਕੀ ਅਕਲ ਬਾਰੇ ਐਟੀਟਿਊਡ ਬਣਿਆ ਹੋਇਆ, ਮਤਲਬ ਇਹ ਬਹੁਤ ਬੜਾ ਇੱਕ ਕੁਐਸਚਨ ਖੜਾ ਹੋ ਜਾਂਦਾ ਹੈ ਵੀ ਚੱਲ ਇਹ ਤਾਂ ਕਿਰਾਏ ਤੇ ਨੇ, ਤਨਖਾਹਦਾਰ ਬੰਦੇ ਨੇ, ਜਾਂ ਜੋ ਵੀ ਮਰਜ਼ੀ ਹੈ, ਇਹਨਾਂ ਤੋਂ ਤਾਂ ਜੋ ਮਰਜ਼ੀ ਕਰਾ ਲਓ। ਉਹਦੇ ਬਾਰੇ ਕੋਈ ਨਜ਼ਰੀਆ ਬਣਾਓ ਕਿ ਨਹੀਂ ਉਹ ਤੋਂ ਬਿਨਾਂ ਕੰਮ ਨਹੀਂ ਚੱਲਣਾ। ਉਹਨਾਂ ਨੂੰ ਇੱਕ ਵਾਰੀ ਹੁਣ ਜਿੰਨੇ ਦਿਨ ਨੇ ਤੇ ਕੋਈ ਨਾ ਕੋਈ ਪ੍ਰਪੋਜ਼ਲ ਦੇ ਦਿਓ, ਉਹਨਾਂ ਦੀ ਦਿੱਤੀ ਹੋਈ ਪ੍ਰਪੋਜ਼ਲ ਫਿਰ ਤੁਸੀਂ ਚਾਹੇ ਲੋਕਾਂ 'ਚ ਭੇਜ ਦਿਓ, ਲੋਕਾਂ ਨੂੰ ਵੀ ਪਤਾ ਲੱਗ ਜੇ ਕਿ ਆਹ ਪ੍ਰਪੋਜ਼ਲਾਂ ਦਿੱਤੀਆਂ ਸੀ, ਤੁਸੀਂ ਕਿੰਨੀਆਂ ਮੰਨੀਆਂ ਤੇ ਕਿੰਨੀਆਂ ਨਹੀਂ ਮੰਨੀਆਂ। ਸਰਦਾਰ ਸਾਹਿਬ ਇੱਕ ਹੋਰ ਵੀ ਪਹਿਲੂ ਆ ਨਾ ਵੀ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਵੀ ਕਮੇਟੀ ਬਣਾ ਲਈ ਸੀ, ਉਹਨੇ ਸਿਫਾਰਿਸ਼ਾਂ ਵੀ ਦਿੱਤੀਆਂ, ਉਹ ਕਿਹੜੇ ਖੂਹ ਖਾਤੇ 'ਚ ਪਈਆਂ। ਉਹ ਸਿਫਾਰਿਸ਼ਾਂ ਦੇਣ ਵਾਲਿਆਂ 'ਚੋਂ ਪੰਜਾਬ ਨਾਲ ਸੰਬੰਧਿਤ ਬਹੁਤੇ ਹੈ ਹੀ ਨਹੀਂ ਸੀ। ਕਈ ਵਾਰੀ ਆਪਾਂ ਬਹੁਤ ਵੱਡਾ ਝੱਖ ਮਾਰ ਲੈਂਦੇ ਆ, ਕੇਜਰੀਵਾਲ ਸਾਹਿਬ ਵੀ ਇਹੋ ਜਿਹੇ ਵਿਦਵਾਨ ਜਾਂ ਰਾਘਵ ਚੱਡਾ ਸਾਹਿਬ ਲੈ ਲੈਣਗੇ, ਤਾਂ ਪੰਜਾਬ ਦੀ ਬੁਨਿਆਦ ਨੂੰ ਸਮਝਣ ਵਾਲੇ ਬੰਦੇ ਵੀ ਚਾਹੀਦੇ ਆ, ਜਿਹੜੇ ਸਮਝ ਸਕਦੇ ਆ ਕਿ ਇੱਥੋਂ ਦਾ ਕਲਚਰ ਕੀ ਆ, ਸਾਡੇ ਸੋਰਸ ਕੀ ਹੋ ਸਕਦੇ ਆ, ਅਸੀਂ ਕਿੰਨਾ ਕੁ ਬੋਝ ਪਾ ਸਕਦੇ ਆ, ਅਸੀਂ ਕਿੰਨੀਆਂ ਖਰਾਤਾਂ ਰੋਕ ਸਕਦੇ ਆ। ਇਹ ਸਾਰੀਆਂ ਚੀਜ਼ਾਂ ਸਥਾਨਕ ਲੋਕ ਜਿਹੜੇ ਸ਼ਾਇਦ ਜ਼ਿਆਦਾ ਚੰਗੇ ਤਰੀਕੇ ਨਾਲ ਸਮਝ ਸਕਣ, ਜਿਹੜੇ ਪੰਜਾਬ ਨਾਲ ਨੇੜਿਓਂ ਜੁੜੇ ਆ। ਇਸ ਤਰ੍ਹਾਂ ਦਾ ਕੋਈ ਪ੍ਰੈਕਟੀਕਲ ਗੱਲ ਹੋਵੇ ਤਾਂ ਜ਼ਿਆਦਾ ਵਧੀਆ। ਲੇਕਿਨ ਇੱਕ ਆਖਰੀ ਗੱਲ ਜਿਹੜੀ ਮੈਂ ਤੁਹਾਡੇ ਤੋਂ ਲੈਣੀ ਆ, ਕਿਉਂਕਿ ਤੁਹਾਡਾ ਖੇਤਰ ਹੈ ਤੇ ਤੁਹਾਨੂੰ ਜ਼ਿਆਦਾ ਪਤਾ ਹੈ, ਜਿਹੜੀ ਗੱਲ ਕੱਲ ਭਗਵੰਤ ਮਾਨ ਨੇ ਸਤੌਜ ਵਿੱਚ ਕੀਤੀ ਸੀਗੀ ਕਿ MSP ਸਟੇਟ ਦੇਊਗੀ। ਹੁਣ MSP ਕਾਫੀ ਫਸਲਾਂ ਤੇ ਆ, 23 ਤੋਂ ਜ਼ਿਆਦਾ ਫਸਲਾਂ ਤੇ ਕੇਂਦਰ ਦੀ MSP ਆ। ਖਰੀਦ 2-3-4 ਦੀ ਹੁੰਦੀ, ਉਸ ਤੋਂ ਬਾਕੀ ਕੋਈ ਖਰੀਦ ਏਜੰਸੀਆਂ ਆਉਂਦੀਆਂ ਹੀ ਨਹੀਂ, ਕੇਂਦਰ ਖਰੀਦਦਾ ਹੀ ਨਹੀਂ। ਲੇਕਿਨ ਜੇ MSP ਉਹ ਉੱਪਰੋਂ ਦੇ ਰਹੇ ਨੇ ਤਾਂ ਇੱਥੋਂ ਸਟੇਟ ਕੁਝ ਆਪਣੇ ਐਫਰਟਸ ਲਾ ਕੇ ਕੱਲ ਜਿਹੜੀ ਭਗਵੰਤ ਮਾਨ ਵਾਲੀ ਗੱਲ ਆ, ਇਹਨੂੰ ਗਰਾਊਂਡ ਤੇ ਸਾਕਾਰ ਹੁੰਦਾ ਵੇਖ ਸਕਦੇ ਹਾਂ ਅਸੀਂ। ਆਪਣੀ ਕੈਬਨਿਟ 'ਚ ਕੁਝ ਇਹਨੂੰ ਲੈ ਕੇ ਜਾਣਾ ਪਊਗਾ, ਜਾਂ ਇਹਦੇ ਵਿੱਚ ਸੰਵਿਧਾਨ ਦੇ ਵਿੱਚ ਸੋਧ ਕਰਨੀ ਪਊਗੀ। ਖੇਤੀ ਸਟੇਟ ਸਬਜੈਕਟ ਹੈ, ਕਿ ਪੰਜਾਬ ਵਿਧਾਨ ਸਭਾ 'ਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਲਿਆਂਦੀਆਂ ਜਾ ਸਕਣਗੀਆਂ, ਤੁਸੀਂ ਕਿਵੇਂ ਸਮਝਦੇ ਹੋ? ਬਿਲਕੁਲ ਖੇਤੀ ਸਟੇਟ ਸਬਜੈਕਟ ਹੈ ਜੀ। ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਕੇਸ ਪੈਂਡਿੰਗ ਹੈ। ਜੋਗਿੰਦਰ ਸਿੰਘ ਤੂਰ ਤੇ ਇੱਥੇ ਹੋਰ ਕਈ ਵਕੀਲਾਂ ਨੇ ਨਾ PII ਲਪਾਈ ਹੋਈ ਹੈ, ਬੜੇ ਦੇਰ ਤੋਂ ਚੱਲ ਰਿਹਾ ਇਸ਼ੂ ਹੈ। ਉਹ ਸੇਮ ਇਸ਼ੂ ਹੈ। ਇਹ ਮੁੱਦਾ ਹੈ ਕਿ ਜੇ ਤੁਸੀਂ MSP ਅਨਾਉਂਸ ਕਰਦੇ ਹੋ ਤਾਂ ਉਹਦੇ ਤੇ ਜੇ ਖਰੀਦ ਦੀ ਗਾਰੰਟੀ ਨਹੀਂ ਹੁੰਦੀ, ਉਦੋਂ ਘੱਟ ਤੋਂ ਹੁੰਦੀ ਹੈ, ਤਾਂ ਇਹ ਕਾਨੂੰਨੀ ਤੌਰ ਤੇ ਇਹਦੀ ਕੋਈ ਤੁਕ ਨਹੀਂ ਹੈ। ਇਹ ਲੋਕਾਂ ਨਾਲ ਮਜ਼ਾਕ ਹੈ, ਲੋਕਾਂ ਨਾਲ ਠੱਗੀ ਹੈ। ਉਹਦੇ 'ਚ ਐਫੀਡੈਵਿਟ ਦਿੱਤੇ ਹੋਏ ਨੇ, ਕੇਂਦਰ ਦੀ ਸਰਕਾਰ ਤੋਂ ਵੀ ਹਾਈ ਕੋਰਟ ਨੇ ਮੰਗਿਆ ਉਹਦਾ ਐਫੀਡੈਵਿਟ ਡਿਟੇਲਡ, ਹਰਿਆਣਾ ਤੋਂ ਵੀ, ਪੰਜਾਬ ਤੋਂ ਵੀ, ਉਹ 'ਚ ਹਰਿਆਣਾ ਵੀ ਸ਼ਾਮਲ ਹੈ, ਉਹਦੇ 'ਚ ਸਾਰੇ ਸ਼ਾਮਲ ਨੇ। ਤੇ ਉਹਦੇ 'ਚ ਗਵਰਨਮੈਂਟ ਆਫ ਇੰਡੀਆ ਨੇ ਗੱਲ ਮੰਨੀ ਹੋਈ ਹੈ ਕਿ ਪਹਿਲਾਂ ਸੂਬਾ ਸਰਕਾਰ ਫਸਲ ਖਰੀਦ ਲੇ, ਸਾਨੂੰ ਭੇਜਦੇ, ਅਸੀਂ ਰੀਇੰਬਰਸ ਕਰ ਦਾਂਗੇ। ਪਹਿਲਾਂ ਇਹ ਆਪਣਾ ਪ੍ਰਬੰਧ ਕਰ ਲੈਣਾ ਆਪ, ਅਸੀਂ ਰੀਇੰਬਰਸ ਕਰ ਦਾਂਗੇ ਉਨੀਆਂ ਫਸਲਾਂ ਦਾ। ਹਰਿਆਣੇ ਨੇ ਬਾਜਰਾ ਵੀ ਕੀਤਾ ਤੇ ਇੱਕ ਦੋ ਹੋਰ ਫਸਲਾਂ 'ਚ ਵੀ ਹਰਿਆਣੇ ਨੇ ਕਰਨਾ ਸ਼ੁਰੂ ਕਰਤਾ। ਹਰਿਆਣੇ ਨੇ ਹਲਫੀਆ ਬਿਆਨੇ ਦੇਤਾ ਸੀ ਕਿ ਅਸੀਂ ਕਰ ਲਾਂਗੇ। ਪੰਜਾਬ ਦੀ ਸਰਕਾਰ ਨੇ ਅਸਲੋਂ ਹੀ ਨਾ ਕਰਤੀ ਕਿ ਸਾਡੇ ਕੋਲ ਤਾਂ ਕੁਝ ਵੀ ਖਰੀਦਣ ਨੂੰ ਹੈ ਹੀ ਨਹੀਂ, ਜਦੋਂ ਪਹਿਲਾਂ ਪੈਸਾ ਹੀ ਆਇਆ ਨਹੀਂ ਤਾਂ ਅਸੀਂ ਪਹਿਲਾਂ ਪੈਸੇ ਕਿੱਥੋਂ ਲਿਆਵਾਂਗੇ ਬਾਅਦ ਦੇ। ਉਹਦੇ ਲਈ ਇੱਕ ਕਾਰਪਸ ਫੰਡ ਤੁਹਾਨੂੰ ਬਣਾਉਣਾ ਪਏਗਾ। ਜੇਕਰ 5,000-10,000 ਕਰੋੜ ਕਿੰਨਾ ਰੱਖ ਸਕਦੇ ਹੋ, ਕਿੱਥੋਂ ਕੱਢੋਗੇ? ਫਾਈਨੈਂਸ਼ੀਅਲ ਪ੍ਰੋਬਲਮ ਤਾਂ ਹੈ, ਪਰ ਉਹ 2 ਮਹੀਨੇ ਲਈ, 4-6 ਮਹੀਨੇ ਲਈ, ਜਦੋਂ ਤੱਕ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਰੀਇੰਬਰਸ ਨਹੀਂ ਕਰਦੀ, ਉਹਨਾਂ ਚਿਰ ਤੁਸੀਂ ਕਿੱਥੋਂ ਲਿਆਓਗੇ ਪੈਸਾ? ਇੰਨੀ ਕੀ ਮੈਨੇਜਮੈਂਟ ਹੈ। ਮੈਨੂੰ ਲੱਗਦਾ 3-4 ਫਸਲਾਂ ਤੇ ਦੇਣੀ ਕੋਈ ਔਖਾ ਕੰਮ ਨਹੀਂ ਹੈ। ਔਰ ਹਾਈ ਕੋਰਟ ਦੇ ਸਾਹਮਣੇ ਬਕਾਇਦਾ ਐਫੀਡੈਵਿਟ ਦੇ ਤੌਰ ਤੇ ਮੰਨਿਆ ਜਾ ਚੁੱਕਿਆ। ਔਰ ਸ਼ਾਇਦ ਉਹ ਬੜੇ ਸੀਨੀਅਰ ਐਡਵੋਕੇਟ ਨੇ, ਉਹਨਾਂ ਦੀ ਰਾਏ ਤੇ ਉਹਨਾਂ ਤੋਂ ਡਾਕੂਮੈਂਟੇਸ਼ਨ ਵੀ ਲਈ ਜਾ ਸਕਦੀ ਹੈ, ਸਟੇਟ ਗਵਰਨਮੈਂਟ ਵੀ ਲੈ ਸਕਦੀ ਹੈ। ਤੇ ਜਿਹੜੇ ਬਾਕੀ ਸਾਰੇ ਐਫੀਡੈਵਿਟ ਉਹਦਾ ਪੰਜਾਬ ਨੂੰ ਫਾਇਦਾ ਹੋ ਸਕਦਾ ਹੈ ਇੱਕ ਹੱਦ ਤੱਕ, ਜੇਕਰ ਇਸ ਤਰੀਕੇ ਦੇ ਨਾਲ ਕਰਨ। ਪਰ ਉਹ ਲਗਾਤਾਰ ਲੱਗੇ ਹੋਏ ਨੇ ਪੰਜਾਬ ਦੇ ਖਿਲਾਫ ਵੀ। ਦੁਬਾਰਾ ਉਹਨਾਂ ਨੇ ਪਾਇਆ ਵੀ ਫਿਰ ਪੰਜਾਬ ਕਿਉਂ ਨਹੀਂ ਦਿੰਦਾ ਜਦੋਂ ਹਰਿਆਣਾ ਦੇ ਸਕਦਾ, ਜਾਂ ਬਾਕੀ ਕੋਈ ਨਾ ਕੋਈ ਇਹ ਕੰਮ ਕਰ ਸਕਦੇ ਨੇ। ਔਰ ਇਹ ਕੋਈ ਕੰਟਰਾਡਿਕਸ਼ਨ ਨਹੀਂ ਹੈ, ਕੋਈ ਗਵਰਨਮੈਂਟ ਰੋਕੇਗੀ ਨਹੀਂ, ਬਲਕਿ ਗਵਰਨਮੈਂਟ ਨੂੰ ਉਹਦੇ ਵਿੱਚ ਇਨਵੋਲਵ ਹੋਣਾ ਪਏਗਾ। 3 ਜਾਂ 4 ਫਸਲਾਂ ਉਹਨਾਂ ਨੇ, ਮੱਕੀ ਸੀ, ਬਾਜਰਾ ਸੀ ਜਿਹੜੀ, ਉਹ ਸਾਰੇ ਮੋਤੇ, ਸੂਰਜਮੁਖੀ ਤੇ ਇੱਕ ਕੋਈ ਹੋਰ ਫਸਲ, ਉਹਦੇ 'ਚ ਜਿਹੜੀਆਂ 4 ਫਸਲਾਂ ਇਮੀਡੀਏਟ ਉਹਨਾਂ ਨੇ ਕਿਹਾ ਹੋਇਆ ਸੀ। ਇਹਨਾਂ ਨੇ ਵੀ 4 ਫਸਲਾਂ ਹੀ ਕਿਹਾ ਵੈਸੇ ਆਪਣੇ ਵੱਲੋਂ। ਸ਼ਾਇਦ ਗੱਲ ਕਿਤੇ ਹੋਈ ਹੋਵੇ ਜਾਂ ਕਿਤੇ ਨਾ ਕਿਤੇ ਕੋਈ ਗੱਲ ਚੱਲੀ ਹੋਵੇ ਇਸ ਪੱਧਰ ਦੀ ਉੱਤੇ। ਇਹ ਗਵਰਨਮੈਂਟ ਆਫ ਇੰਡੀਆ ਨਾਲ ਟੇਕ ਓਵਰ ਕੀਤਾ ਜਾਵੇ ਤੇ ਇੱਥੇ ਵੀ। ਪਰ ਨਾਲ ਜ਼ਰੂਰ ਹੈ, ਇੱਕ ਕੰਮ ਜ਼ਰੂਰ ਕਰੇ ਸਟੇਟ ਗਵਰਨਮੈਂਟ, ਜਿਹੜੀ ਕਿਸਾਨ ਗਵਰਨਮੈਂਟ ਆਫ ਇੰਡੀਆ ਤੋਂ ਮੰਗ ਰਹੇ ਨੇ ਕਾਨੂੰਨੀ ਉਹਨੂੰ ਸਪੋਰਟ, ਕਿ MSP ਦੀ ਖਰੀਦ ਦੀ ਗਾਰੰਟੀ ਦੀ ਸੂਬਾ ਸਰਕਾਰ ਵੀ ਅਗਲੇ ਬਜਟ 'ਚ ਲਿਆ ਕੇ ਪਹਿਲਾਂ ਚਾਹੇ ਆਰਡੀਨੈਂਸ ਕਰ ਦੇ, ਤੇ ਇਸ ਤੋਂ ਬਾਅਦ ਦੇ ਵਿੱਚ ਜੂਨ ਵਾਲੇ ਸੈਸ਼ਨ 'ਚ ਕਾਨੂੰਨ ਲਿਆਵੇ, ਤੇ ਇਹਨੂੰ ਇਹਨਾਂ ਫਸਲਾਂ ਦਾ ਜਿਹੜਾ ਇਹ ਕਹਿਣਗੇ ਅਸੀਂ ਖਰੀਦਦੇ, ਉਹਨੂੰ ਕਾਨੂੰਨੀ ਸਪੋਰਟ ਦੇ ਦੇ। ਫਿਰ ਇਹ ਬਾਰ-ਬਾਰ ਪ੍ਰੋਬਲਮ ਨਹੀਂ ਆਏਗੀ ਕਿਸੇ ਵੀ ਰੂਪ ਦੇ ਵਿੱਚ। ਫਿਰ ਸਰਕਾਰਾਂ ਲੜਦੀਆਂ ਰਹਿਣਗੇ। ਸਰਕਾਰ 2 ਮਹੀਨੇ ਉਹ ਲੇਟ ਦਿੰਦੇ ਨੇ, ਪਹਿਲਾਂ ਦਿੰਦੇ ਨੇ, ਉਹ ਅਲੱਗ ਸਵਾਲ ਹੈ। ਕਿ ਪੰਜਾਬ ਦੇ ਵਿੱਚ
ਡਾਇਵਰਸਿਫਿਕੇਸ਼ਨ ਦਾ ਰਾਹ ਜ਼ਰੂਰ ਖੁੱਲ ਜਾਊਗਾ, ਮਤਲਬ ਫਸਲੀ ਜੀ। ਵੰਨ-ਸੁਵੰਨ ਜੇ ਉਹਦੀ ਗਰੰਟੀ ਹੋ ਜਾਂਦੀ ਹੈ, ਪੰਜਾਬ ਦੇ ਪਾਣੀ ਬਚਣ ਦਾ ਰਾਹ ਇੱਕ ਜ਼ਰੂਰ ਮੋਕਲਾ ਹੋਏਗਾ ਇਸ ਤਰੀਕੇ ਨਾਲ। ਬਿਲਕੁਲ ਠੀਕ ਹੈ। ਕੋਈ 5-7-10,000 ਕਰੋੜ ਕੋਈ ਲਿਮਟ ਲੈਣੀ ਕਿਸੇ ਬੈਂਕ ਤੋਂ ਜਾਂ ਕੇਂਦਰ ਤੋਂ ਇਸ ਤਰ੍ਹਾਂ ਦੀ ਕੋਈ ਸਪੋਰਟ ਲੈਣੀ, ਅੱਗੇ ਵੀ ਕੇਂਦਰ ਇਸ ਤਰ੍ਹਾਂ ਦੀ ਇੱਕ ਲਿਮਟ ਜਾਰੀ ਕਰਦਾ ਹੀ ਆ ਫਸਲਾਂ ਲਈ। ਸੋ ਜੇ ਇਸ ਤਰ੍ਹਾਂ ਦਾ ਕੋਈ ਸੰਭਵ ਹੋ ਜੇ ਪ੍ਰਾਵਧਾਨ ਕਰਨਾ ਗਵਰਨਮੈਂਟ ਲਈ ਕੋਈ, ਕਿਉਂਕਿ ਖੇਤੀਬਾੜੀ ਮੰਤਰਾਲਾ ਭਗਵੰਤ ਮਾਨ ਜੀ ਕੋਲ ਆਪਣੇ ਕੋਲ ਹੀ ਹੈ, ਔਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਵਿਭਾਗੀ ਮੀਟਿੰਗ 'ਚ ਇਹ ਗੱਲ ਕਹੀ ਗਈ ਹੋਊਗੀ, ਜਦੋਂ ਉਹਨਾਂ ਪੁੱਛਿਆ ਹੋਊਗਾ ਕਿ ਆਪਾਂ ਕੁਝ ਵੱਖਰਾ ਕਰਨਾ ਚਾਹੁੰਦੇ ਆ, ਤਾਂ ਇਹ ਗੱਲ ਅੱਗੇ ਵੱਧ ਚੁੱਕੀ ਹੋਏਗੀ। ਹੁਣ ਤੱਕ ਲੋਕ ਇਹੀ ਆਸ ਕਰਦੇ ਆ। ਸਰਦਾਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਜੀ, ਸ਼ੁਕਰੀਆ।